ਕਾਂਗਰਸ ਦੇ ਪ੍ਰਧਾਨ ਸੰਜੇ ਸਾਨੀ जी कह रहे हैं कि ਤੁਹਾਡੇ ਜਿਹੜਾ ਬਾੜ ਦੇ ਵਿੱਚ मैं बहुत ज़्यादा विकास करवाता। बीजेपी को विकास कराने वास्ते कुछ नहीं है और उन्होंने वास्ते मुद्दा ही कोई नहीं है। ਅੱਜ ਨੰਗਲ ਦੇ ਵਿੱਚ ਮਸ਼ਹੂਰ ਹੈ ਪੁਰਾਣਾ ਗੁਰਦੁਆਰਾ, ਉਹਨੂੰ ਛੋਟੀ ਜੋਧੇਵਾਲ ਬਸਤੀ ਕਹਿੰਦੇ ਨੇ ਲੋਕ। ਕਿਹਾ ਤੁਸੀਂ ਕੋਈ ਪਾਰਕ ਪੱਕਾ ਹੋਇਆ ਵੇਖਿਆ? ਇਹ ਪਾਰਕ ਹੈ, ਪਾਰਕ ਦੇ ਵਿੱਚ ਵੀ ਪੇਪਰ ਲਗਾ ਦਿੱਤੇ ਗਏ ਪੀਂਘਾਂ ਦੇ ਥੱਲੇ ਵੀ, ਤਾਂ ਕਿ ਪੀਂਘ ਤੋਂ ਕੋਈ ਬੱਚਾ ਗਿਰੇ ਤਾਂ ਉਹਦਾ ਸਿਰ ਫਟੇ ਹੀ ਫਟੇ। ਆ ਪੁਰਾਣੇ ਗੁਰਦੁਆਰੇ ਦੀਆਂ ਗਲੀਆਂ ਹੈ ਅੱਜ ਵੀ ਕੱਚੀਆਂ ਹੈ। ਸਾਡੇ ਜਿਹੜੇ ਮੌਜੂਦਾ ਕੌਂਸਲਰ ਸਾਹਿਬ ਹੈ ਉਹਨਾਂ ਨੇ ਪਿਛਲੇ 5 ਸਾਲਾਂ ਦੇ ਵਿੱਚ ਕੋਈ ਐਦਾਂ ਦੀ ਗਲੀ ਦੱਸ ਦੇਣ ਜਿਹੜੀ ਕੱਚੀ ਗਲੀ ਨੂੰ ਪੱਕੀ ਕਰਾਇਆ ਹੋਵੇ। ਸਾਡੇ ਮੌਜੂਦਾ ਕੌਂਸਲਰ ਹੈ, ਇਹਨਾਂ ਦੇ ਦਫ਼ਤਰ ਤੋਂ ਲਗਭਗ 20 ਮੀਟਰ ਦੀ ਦੂਰੀ ਤੇ ਐਦਾਂ ਦੀਆਂ 2 ਸੀਵਰੇਜ ਦੀਆਂ ਹੋਦੀਆਂ ਜਿਨ੍ਹਾਂ ਪਰ ਢੱਕਣ ਹੈ ਨਹੀਂ। जब ਤੁਹਾਡੀ ਸਤਾ ਸੀਗੀ ਨੰਗਲ ਨਗਰ ਕੌਂਸਲ 'ਚ ਤੇ ਨੰਗਲ ਨਗਰ ਕੌਂਸਲ ਨੂੰ ਪੇਵਰਾਂ ਦਾ ਸ਼ਹਿਰ ਕਿਹਾ ਜਾਣ ਲੱਗਿਆ ਸੀਗਾ। ਅੱਜ ਬੇਸ਼ੱਕ ਸਤਾ 'ਚ ਤੁਸੀਂ ਨਹੀਂ ਹੈ, ਲੇਕਿਨ ਹੁਣ ਜਿੰਮਾਂ ਦਾ ਸ਼ਹਿਰ ਕਹਿਣ ਲੱਗ ਪਏ, ਓਪਨ ਜਿਮ। ਬਿਲਕੁਲ ਠੀਕ ਗੱਲ ਹੈ ਤੁਹਾਡੀ। ਕਿ ਇਸ ਵਾਰਡ ਨੂੰ ਇੱਕ ਮਾਡਲ ਵਾਰਡ ਬਣਾ ਕੇ ਦਵਾਂਗਾ। ਜਿਹੜੇ ਸਾਡੇ ਮੌਜੂਦਾ ਕੌਂਸਲਰ ਉਹਨਾਂ ਕੋਲ ਸਭ ਕੁਝ ਸਾਰੇ ਤੰਤਰ ਮੰਤਰ ਹੁੰਦੇ ਹੋਏ ਵੀ ਨਹੀਂ ਬਣਾ ਸਕੇ। एक पर्सनल तौर पर मैं थोड़े इस चैनल राही एक घोषणा जरूर वार्ड वासियों लिए करना चाहांगा कि मेरा अपना टेंट का काम है, मैं तो वो एक पर्सनल मालक हाँ, वो बारे में जरूर घोषणा कर सकता कि जे वार्ड वासी मेरे ते विश्वास दिलाते हैं, मैनू जिताते हैं, आने वाले 5 साल दे विच जिन्ने देर मैं कौंसलर रहांगा, वार्ड दे विच किसी भी लड़के का किसी भी लड़के की मैरिज होगी, ब्याह होगा, चाहे वो अमीर होवे, चाहे वो गरीब होवे, चाहे वो किसी भी जात धर्म का होवे, उस लड़के लड़की दे ब्याह दे विच मेरे वालों जेड़ा टेंट है वो फ्री च होएगा। 19 ਦੇ 19 वार्ड जितांगे और पूरी मेजोरिटी दे नाल जेड़ी है कौंसल बनावांगे। ਤੁਸੀਂ ਮੈਨੂੰ ਦੱਸੋ, ਤੁਸੀਂ 19 ਦੀ 19 ਵਾਰਡ ਜਿੱਤਣ ਦੇ ਦਾਅਵੇ ਸਾਰੇ ਭਾਜਪਾ ਹੀ ਕਰ ਰਹੇ, ਕਿੰਨਾ ਦਾਅਵੇ ਕਰ ਰਹੇ ਹੋ? ਕਿਉਂ ਕਾਂਗਰਸ ਕੇ ਮੂੰਹ ਦੇਖਣ ਨੂੰ ਆਊਗੀ ਇੱਥੇ? नमस्कार दोस्तों, मैं अशोक चोपड़ा आज थानू इस ऐसी शख्सियत रूबरू करा रहे हैं जो वार्ड नंबर 2 तो नंगल नगर कौंसल चुनाव लड़ने की तैयारी कर रहे हैं। पिछली बार भी नगर कौंसल चुनाव लड़िया सी, लेकिन इस बार फिर नगर कौंसल चुनाव लड़ने की तैयारी कर रहे हैं और नंगल मंडल भाजपा के महासचिव भी है। महेश काली जी, स्वागत है सिटी हलचल च। नमस्कार चोपड़ा जी, सब तो पहला तो मैं थैंक्स करदा सिटी हलचल चैनल का जिन्होंने मैनू ये मौका दिता कि मैं भी इस चैनल पर आके कुछ बोल सकां, अपने कुछ विचार रख सकां। और सिटी हलचल चैनल है जिहड़ा तुहाडा सब तो पहले तो चोपड़ा जी तुहानूं बधाई है कि नंगल दे विच एक खास स्थान जिहड़ा है प्राप्त कर चुक्या। और तुहाडा मैं थैंक्स भी करदा, धन्नवाद करदा कि तुसीं मैनूं इस चैनल ते बोलण दा अपने विचार रखण दा मौका दिता। ये दसो, वार्ड नंबर 2 तो तुसीं चुनाव लड़ने की तैयारी कर रहे हो, क्या सोच के लड़ रहे हो चुनाव? देखो, चुनाव तो हर कोई यही सोच के लड़दा कि मैं लोगों की भलाई दा, समाज की भलाई दा कोई काम करा, वही टीचा मेरा है। तो ਉਹਨੂੰ ਲੈ ਕੇ ਅੱਗੇ मैं ਅੱਜ ਤੋਂ नहीं, चाहे पिछला इलैक्शन में लड़िया, चाहे जित हुई चाहे हार हुई, मैं ਉਹਦੇ ਵਿੱਚ नहीं ਜਾਂਦਾ, पर ਲੋਕਾਂ ਦੀ ਸੇਵਾ 'ਚ मैं ਪਿੱਛੇ ਵੀ ਹਾਜ਼ਰ ਰਿਹਾ, ਅੱਗੇ ਵੀ ਹਾਜ਼ਰ ਰਵਾਂਗਾ। ਤੇ ਤੁਹਾਨੂੰ ਲੱਗਦਾ ਕਿ ਜਿਹੜਾ ਤੁਹਾਡਾ ਮੁਕਾਬਲਾ ਹੋਣ ਜਾ ਰਿਹਾ ਬਲਾਕ ਕਾਂਗਰਸ ਦੇ ਪ੍ਰਧਾਨ, ਮਤਲਬ ਕਾਂਗਰਸ 'ਚ ਨੰਬਰ 1 ਤੇ ਜੋ ਸਥਾਨ ਰੱਖਦੇ ਉਹਨਾਂ ਨਾਲ ਹੋਣ ਜਾ ਰਿਹਾ, ਤੇ ਪਿਛਲੀ ਵਾਰ ਤੁਸੀਂ 14 ਵੋਟਾਂ ਤੇ ਹਾਰੇ ਸੀਗੇ, ਕੀ ਉਮੀਦ ਲੱਗਦੀ ਤੁਹਾਨੂੰ ਇਸ ਵਾਰ? ਤੁਸੀਂ ਇੱਥੋਂ ਹੀ ਤੁਸੀਂ ਮੇਰੇ ਆਪਣੇ ਸਵਾਲ ਦਾ ਜਵਾਬ ਵੀ ਆਪੇ ਦੇ ਦਿੱਤਾ ਕਿ ਮੈਂ ਪਿਛਲੀ ਵਾਰ ਸਿਰਫ 14 ਵੋਟਾਂ ਤੇ ਹਾਰਿਆ ਸੀ, ਚਾਹੇ ਉਹ ਬਲਾਕ ਕਾਂਗਰਸ ਦੇ ਪ੍ਰਧਾਨ ਸੀ। ਮੈਟਰ ਇਹ ਨਹੀਂ ਕਰਦਾ ਚੋਪੜਾ ਜੀ ਕਿ ਤੁਹਾਡੇ ਸਾਹਮਣੇ ਕੌਣ ਹੈ, ਮੈਟਰ ਇਹ ਕਰਦਾ ਕਿ ਤੁਹਾਡੇ 'ਚ ਕਿੰਨੀ ਕਾਬਲੀਅਤ ਹੈ, ਤੁਸੀਂ ਲੋਕਾਂ ਵਿੱਚ ਕਿੰਨੇ ਵਿਚਰੇ ਹੋ। ਔਰ ਮੈਨੂੰ ਆਪਣੇ ਕੀਤੇ ਕੰਮਾਂ ਤੇ, ਮੇਰੇ ਆਪਣੇ ਵਿਚਰਨ ਤੇ, ਮੈਂ ਲੋਕਾਂ 'ਚ ਕਿੰਨਾ ਕੁ ਗਿਆ, ਕਿੰਨਾ ਕੁ ਰਹਿੰਦਾ, ਕਿੰਨੇ ਕੁ ਲੋਕਾਂ ਦੇ ਕੰਮ ਕੀਤੇ ਹੈ, ਉਸ ਗੱਲ ਤੇ ਵਿਸ਼ਵਾਸ ਹੈ। ਔਰ ਇਸੇ ਵਿਸ਼ਵਾਸ ਨੂੰ ਲੈ ਕੇ ਮੈਂ ਫਿਰ ਮੈਦਾਨ ਵਿੱਚ। ਇੱਕ ਚੀਜ਼ ਲੱਗਦੀ ਹੈ ਤੁਹਾਨੂੰ, ਕਿਉਂਕਿ ਇਸ ਵੇਲੇ ਜਿਹੜੀ ਪੰਜਾਬ ਸਰਕਾਰ ਹੈ ਕਾਂਗਰਸ ਦੀ ਸੀਗੀ, ਨੰਗਲ ਨਗਰ ਕੌਂਸਲ ਤੇ ਵੀ ਸਰਕਾਰ ਜਿਹੜੀ ਸੀਗੀ ਉਹ ਕਾਂਗਰਸ ਸੀਗੀ, ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਇਹਦਾ ਲਾਭ ਹੈ ਉਹ ਆਉਣ ਵਾਲੇ ਚੁਣਾਵ 'ਚ ਤੁਹਾਡੇ ਵਿਰੋਧੀ ਨੂੰ ਹੋਣ ਵਾਲਾ? ਨਹੀਂ, ਇੱਦਾਂ ਜੀ ਬਿਲਕੁਲ ਨਹੀਂ। ਉਹਦਾ ਇੱਕ ਕਾਰਨ ਹੈ
ਕਿ ਚਾਹੇ ਜੇ ਤਾਂ ਪੰਜਾਬ ਸਰਕਾਰ ਨੇ ਜਾਂ ਨੰਗਲ ਨਗਰ ਕੌਂਸਲ ਨੇ ਅੱਛੇ ਔਰ ਵਧੀਆ ਔਰ ਵਿਕਾਸ ਦੇ ਕੰਮ ਕੀਤੇ ਹੁੰਦੇ ਤਾਂ ਮੈਨੂੰ ਇਦਾਂ ਦਾ ਡਰ ਹੁੰਦਾ, ਪਰ ਨਾ ਪੰਜਾਬ ਸਰਕਾਰ ਕੋਈ ਇਦਾਂ ਦਾ ਲੋਕ ਲੁਭਾਵਨ ਜਾਂ ਲੋਕਾਂ ਦੇ ਹਿੱਤ ਦਾ ਕੰਮ ਕਰ ਸਕੀ, ਨਾ ਨੰਗਲ ਦੀ ਨਗਰ ਕੌਂਸਲ। ਤੁਸੀਂ ਮੈਨੂੰ ਕੋਈ ਇਦਾਂ ਦਾ ਕੰਮ ਦੱਸ ਦਿਓ ਜਿਹੜਾ ਨੰਗਲ ਦੀ ਨਗਰ ਕੌਂਸਲ ਨੇ ਬਹੁਤ ਵਧੀਆ ਕੰਮ ਕੀਤਾ ਹੋਵੇ। ਬਲਕਿ ਨੰਗਲ ਦੀ ਨਗਰ ਕੌਂਸਲ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਭ੍ਰਸ਼ਟਾਚਾਰ ਹੈ ਉਹ ਚਰਮ ਤੇ ਹੈ। ਤੁਸੀਂ ਭ੍ਰਸ਼ਟਾਚਾਰ ਦੀ ਗੱਲ ਕੀਤੀ ਨਾ, ਭ੍ਰਸ਼ਟਾਚਾਰ ਤਾਂ ਤੁਹਾਡੀ ਸਰਕਾਰ ਵੇਲੇ ਵੀ ਬਹੁਤ ਲੱਗਦੇ ਸੀਗੇ, ਤੁਹਾਡੀ ਵੀ ਤਾਂ ਸਰਕਾਰ ਰਹੀ ਨਾ, ਇਸ ਤੋਂ ਪਹਿਲਾਂ ਤੁਹਾਡੀ ਸਰਕਾਰ ਸੀ, ਆਰੋਪ ਤਾਂ ਉਹਦੇ ਵੀ ਬਹੁਤ ਲੱਗੇ। ਆਰੋਪ ਤਾਂ ਚਲੋ ਹਰ ਵਿਰੋਧੀ ਪਕਸ਼ ਲਗਾਉਂਦਾ, ਪਰ ਇਹ ਸਭ ਤੋਂ ਵੱਡਾ ਇਸ ਵੇਲੇ ਤੁਸੀਂ 26 ਕਰੋੜ ਦੇ ਜਿਹੜੇ ਹੈ ਟੈਂਡਰ ਇੱਕਦਮ ਲੱਗ ਜਾਣੇ। ਸਾਡੇ ਟਾਈਮ ਤੇ ਜਿਹੜਾ ਕੋਈ ਇੱਕ 40 ਬਾਈ 40 ਦਾ ਹਾਲ 10 ਲੱਖ ਦਾ ਬਣ ਜਾਂਦਾ ਸੀ, ਅੱਜ ਉਹਦਾ ਬਜਟ 45 ਲੱਖ 50 ਲੱਖ 75 ਲੱਖ ਤੇ ਵੀ ਪਹੁੰਚ ਗਿਆ। ਇੱਥੋਂ ਹੀ ਖੁਸ਼ਬੂ ਆ ਜਾਂਦੀ ਕਿ ਬਹੁਤ ਵੱਡਾ ਕੋਈ ਇਹਦੇ ਵਿੱਚ ਘੋਟਾਲਾ ਹੈ, ਕੋਈ ਰਾਜ ਹੈ। ਕਿ 10 ਲੱਖ ਵਾਲੀ ਚੀਜ਼ ਜੇ 45 ਲੱਖ 50 ਲੱਖ ਚ ਬਣਨ ਲੱਗ ਪਵੇ ਤਾਂ ਉਸ 'ਚ ਕੋਈ ਤਾਂ ਗੜਬੜ ਹੈ ਨਾ ਚੋਪੜਾ ਜੀ। ਤੁਸੀਂ ਭ੍ਰਸ਼ਟਾਚਾਰ ਦੀ ਗੱਲ ਕੀਤੀ, ਜਿਹੜੇ ਤੁਹਾਡੇ ਵਿਰੋਧੀ ਹੈ ਨਾ ਉਹ ਇਹ ਆਰੋਪ ਲਾਉਂਦੇ ਕਿ ਜਦ ਨੰਗਲ ਨਗਰ ਕੌਂਸਲ ਤੇ ਭਾਜਪਾ ਸੱਤਾ ਸੀਗੀ ਤੇ ਇੱਕ ਹੋਟਲ 'ਚ ਬਹਿ ਕੇ ਸਾਰੇ ਟੈਂਡਰ ਹੋ ਜਾਇਆ ਕਰਦੇ ਸੀ, ਜਦ ਕਿ ਹੁਣ ਜਿਹੜੇ ਵੀ ਟੈਂਡਰ ਹੋ ਰਿਹਾ ਆਨਲਾਈਨ ਹੋ ਰਿਹਾ। ਬਿਲਕੁਲ ਆਰੋਪ ਗਲਤ ਹੈ, ਤੁਹਾਨੂੰ ਸ਼ਾਇਦ ਪਤਾ ਨਹੀਂ ਜਾਂ ਉਹਨਾਂ ਨੂੰ ਪਤਾ ਨਹੀਂ। ਜਿਹੜਾ ਆਨਲਾਈਨ ਟੈਂਡਰਿੰਗ ਵਾਲਾ ਸਿਸਟਮ ਹੈ ਉਹ ਕੀਤਾ ਹੀ ਅਕਾਲੀ ਭਾਜਪਾ ਸਰਕਾਰ ਨੇ ਸ਼ੁਰੂ ਸੀ, ਨਾ ਕਿ ਕਾਂਗਰਸ ਸਰਕਾਰ ਨੇ ਸ਼ੁਰੂ ਕੀਤਾ। ਜੇ ਅਸੀਂ ਭ੍ਰਸ਼ਟਾਚਾਰ ਕਰਨਾ ਹੁੰਦਾ ਤਾਂ ਅਸੀਂ ਆਨਲਾਈਨ ਟੈਂਡਰਿੰਗ ਹੀ ਨਾ ਲਿਆਂਦੇ। ਆਨਲਾਈਨ ਟੈਂਡਰਿੰਗ ਇਸੇ ਕਰਕੇ ਭਾਜਪਾ ਸਰਕਾਰ ਦੇ ਅਕਾਲੀ ਭਾਜਪਾ ਸਰਕਾਰ ਦੇ ਟਾਈਮ ਵਿੱਚ ਆਈ ਸੀ ਤਾਂ ਕਿ ਜਿਹੜਾ ਭ੍ਰਸ਼ਟਾਚਾਰ ਕਿਸੇ ਤਰ੍ਹਾਂ ਦਾ ਹੋ ਹੀ ਨਾ ਸਕੇ। ਪਰ ਹੁਣ ਕੀ ਹੈ ਕਿ ਕੁਝ ਠੇਕੇਦਾਰੀ ਇਦਾਂ ਦੇ ਲਿਆ ਕੇ ਇੱਥੇ ਬਿਠਾ ਦਿੱਤੇ ਗਏ ਕਿ ਕੁਝ ਟਰਮ ਐਂਡ ਕੰਡੀਸ਼ਨਸ ਹੀ ਇਦਾਂ ਦੀਆਂ ਕਰਤੀਆਂ ਗਈਆਂ, ਸਿਰਫ ਫੁੱਲਫਿਲ ਹੀ ਉਹ ਕਰ ਰਹੇ ਨਾ। ਨੰਗਲ ਦੇ ਆਲੇ ਦੁਆਲੇ ਠੇਕੇਦਾਰਾਂ ਨੂੰ ਕੰਮ ਵੀ ਨਹੀਂ ਮਿਲ ਰਿਹਾ। ਬਾਹਰ ਦੇ ਠੇਕੇਦਾਰ ਮੌਜਾਂ ਕਰ ਰਹੇ ਨੇ, ਨੰਗਲ ਦੇ ਠੇਕੇਦਾਰ ਜਿਹਨੂੰ ਕਹਿ ਸਕਦੇ ਆਪਾਂ ਭੁੱਖੇ ਮਰ ਰਹੇ ਨੇ। ਔਰ ਤੁਹਾਨੂੰ ਮੈਂ ਜਿੱਦਾਂ ਦੱਸਿਆ ਕਿ 40-50 ਲੱਖ ਰੁਪਇਆ ਤਾਂ ਇਹਨਾਂ ਨੂੰ ਕੁਝ ਲੱਗਦਾ ਹੀ ਨਹੀਂ ਇਸ ਵੇਲੇ। ਇੱਦਾਂ ਦੇ ਟੈਂਡਰ ਹੋ ਰਹੇ ਆ। ਸਟਰੀਟ ਲਾਈਟਾਂ ਦੀ ਅੱਜ ਕੱਲ ਬੜੀ ਚਰਚਾ ਹੈ, ਸ਼ਾਇਦ ਤੁਸੀਂ ਅਗਲੇ ਸਵਾਲ ਵਿੱਚ ਹੋ ਸਕਦਾ LED ਦੇ ਤੇ ਵੀ ਆਓ। ਸਾਰੇ ਨੰਗਲ ਸ਼ਹਿਰ ਦੇ ਵਿੱਚ LED ਲਾਈਟ ਲੱਗੀ, ਪਰ ਤੁਹਾਨੂੰ ਨਹੀਂ ਪਤਾ ਇਸ LED ਲਾਈਟ ਦੇ ਪਿੱਛੇ ਕਿੱਡਾ ਬੜਾ ਘਪਲਾ ਹੈ। ਇੱਕ ਟਿਊਬ ਲਾਈਟ ਮੰਨ ਲਓ ਸਟਰੀਟ ਲਾਈਟ ਲੱਗੀ ਹੋਈ ਸੀ, ਉਹਦੀ ਮੈਕਸਿਮਮ ਜਿਹੜੀ ਲਾਈਫ ਹੈ 2 ਸਾਲ ਹੈ ਲਗਭਗ। ਤੇ ਜੇ ਬਦਲਣੀਆਂ ਸੀ, ਮੰਨ ਲਓ ਅੱਜ ਤੋਂ ਬਦਲਣੀਆਂ ਸ਼ੁਰੂ ਕਰ ਦੇ ਕਿ ਜਿਹੜੀ ਭਾਈ ਟਿਊਬ ਖਰਾਬ ਹੋਊਗੀ ਉੱਥੇ LED ਲਾਈਟ ਲੱਗ ਜਾਊਗੀ, ਤਾਂ 2 ਸਾਲ ਦੇ ਵਿੱਚ ਪੂਰੇ ਨੰਗਲ ਸ਼ਹਿਰ ਦੀ ਸਟਰੀਟ ਲਾਈਟ ਬਦਲ ਹੋ ਜਾਣੀ ਸੀ। ਪਰ ਇਹਨਾਂ ਨੇ ਇੱਕਦਮ ਸਾਰੀਆਂ ਲਾਈਟ ਦੀਆਂ ਚਲਦੀ ਹਾਲਤ ਦੇ ਵਿੱਚ ਸਟਰੀਟ ਲਾਈਟਾਂ ਟਿਊਬਾਂ ਉਤਾਰ ਕੇ ਉੱਥੇ LED ਲਗਾਤੀ। ਇਹਦੇ ਪਿੱਛੇ ਬਹੁਤ ਵੱਡਾ ਘੁਟਾਲਾ ਹੈ। ਪਹਿਲੀ ਤਾਂ ਗੱਲ ਉਹ ਜਿਹੜੀਆਂ ਉਤਾਰੀਆਂ ਉਹ ਕਿੱਥੇ ਗਈਆਂ, ਚਲਦੀ ਹਾਲਤ ਦੇ ਵਿੱਚ ਸੀਗੀਆਂ ਉਹ ਕਿੱਥੇ ਗਈਆਂ। ਦੂਸਰਾ ਜਿਹੜੀ ਲਾਈਟਾਂ ਲਗਾਈਆਂ ਗਈਆਂ ਇਹਨਾਂ ਦੇ ਰੇਟ 'ਚ ਬਹੁਤ ਡਿਫਰੈਂਸ ਹੈ, ਜਿੰਨੇ ਦਾ ਆਇਆ ਜਾਂ ਜਿੰਨੇ ਦੀ ਲਗਾਈ। ਇਹ ਬਹੁਤ ਵੱਡਾ ਘੁਟਾਲਾ ਹੈ। ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਕੌਂਸਲ ਆਉਣ ਵਾਲੀ ਹੈ, ਅਸੀਂ ਬਿਲਕੁਲ ਇਹਦੀ ਜਾਂਚ ਕਰਵਾਵਾਂਗੇ ਔਰ ਬਣਦੀ ਕਾਰਵਾਈ ਜਿਹੜੀ ਹੈ ਜ਼ਰੂਰ ਕਰਵਾਵਾਂਗੇ। ਨਹੀਂ ਉਹ ਤਾਂ ਚਲੋ ਠੀਕ ਹੈ, ਤੁਸੀਂ ਸੱਤਾ ਆਉਣ ਤੇ ਤੁਸੀਂ ਇਹ ਕਰੋਗੇ, ਲੇਕਿਨ ਵਿਪਕਸ਼ ਤਾਂ ਸੀਗੇ ਨਾ, ਤੁਸੀਂ ਵਿਪਕਸ਼ ਦੇ ਵਿੱਚ ਕਿਉਂ ਨਹੀਂ ਮੁੱਦਾ ਚੁੱਕਿਆ ਫਿਰ ਇਹ? ਕਿਉਂ ਨਹੀਂ ਚੁੱਕਿਆ? ਅਸੀਂ 26 ਕਰੋੜ ਦੇ ਜਿਸ ਦਿਨ ਟੈਂਡਰ ਪਾਸ ਹੋਏ ਉਸੇ ਦਿਨ ਅਸੀਂ ਈਓ ਸਾਹਿਬ ਦੇ ਆਫਿਸ ਜਾ ਕੇ ਉਹਨਾਂ ਨੂੰ ਇਹ ਹਦਾਇਤ ਕਰਕੇ ਆਏ ਸੀ ਕਿ ਇਹ ਟੈਂਡਰ ਕੈਂਸਲ ਕੀਤੇ ਜਾਣ, ਕਿ ਨਹੀਂ ਤਾਂ ਅਸੀਂ ਇਹਨੂੰ ਲੈ ਕੇ ਇਹਦੀ ਕਾਰਵਾਈ ਕਰਾਂਗੇ ਔਰ ਇਹਦੀ ਜਾਂਚ ਵੀ ਕਰਵਾਵਾਂਗੇ। ਲੇਕਿਨ ਠੀਕ ਹੈ ਤੁਹਾਡੀ ਗੱਲ, ਉਹ ਅਸੀਂ ਕਵਰ ਵੀ ਕੀਤਾ ਸੀਗਾ, ਲੇਕਿਨ ਉਸ ਤੋਂ ਬਾਅਦ ਕੀ ਕੀਤਾ ਫਿਰ ਤੁਸੀਂ ਤਾਂ ਸਿਰਫ ਖਾਨਾ ਪੂਰਤੀ ਕੀਤੀ, ਈਓ ਨੂੰ ਮਿਲੇ? ਨਹੀਂ ਤੁਹਾਨੂੰ ਗਲਤਫਹਿਮੀ ਹੈ। ਅਸੀਂ ਸਾਰੇ ਡਾਕੂਮੈਂਟ ਇਕੱਠੇ ਕਰ ਰਹੇ ਹਾਂ ਕੁਝ, ਕਿਉਂਕਿ ਸਰਕਾਰ ਉਹਨਾਂ ਦੀ ਤਾਂ ਡਾਕੂਮੈਂਟਸ ਇਕੱਠੇ ਕਰਨਾ ਵੀ ਚੋਪੜਾ ਜੀ ਟੈਂਡੀ ਖੀਰ ਹੈ ਨਾ, ਉਸ ਬਾਰੇ ਅਸੀਂ ਲੱਗੇ ਹੋਏ ਆ। ਅਸੀਂ ਇਦਾਂ ਛੱਡਾਂਗੇ ਨਹੀਂ ਕੁਝ ਵੀ। ਦੇਖੋ ਵਿਕਾਸ, ਉਹ ਜਿਹੜੇ ਲਾਈਟਾਂ ਲੱਗਣੀਆਂ ਸੀ ਉਹ ਲਾਈਟਾਂ ਲੱਗ ਗਈਆਂ, ਕੰਮ ਹੋ ਗਿਆ, ਉਸ ਤੋਂ ਬਾਅਦ ਤੁਸੀਂ ਕਾਗਜ਼ੀ ਲੱਭੀ ਜਾ ਰਹੇ ਹੋ ਅਜੇ ਤੱਕ। ਐਦਾਂ ਨਾ ਜੇ ਚੋਰੀ ਹੋਊਗੀ ਤਾਂ ਹੀ ਆਪਾਂ ਕਹਾਂਗੇ ਨਾ ਚੋਰੀ ਹੋਈ ਆ। ਆਪਾਂ ਪਹਿਲਾਂ ਹੀ ਰੌਲਾ ਪਾਉਣ ਲੱਗ ਪਏ ਚੋਰੀ ਹੋ ਗਈ, ਹੁਣ ਜਦ ਲੱਗੀਆਂ ਪਤਾ ਲੱਗਿਆ ਕਿ ਇਹਨਾਂ ਨੇ ਗਲਤ ਕੰਮ ਕੀਤਾ ਹੈ। ਹੁਣ ਉਹਦੀ ਬਿਲਕੁਲ ਜਾਂਚ ਵੀ ਕਰਾਂਗੇ, ਡਾਕੂਮੈਂਟ ਵੀ ਅਸੀਂ ਇਕੱਠੇ ਕਰ ਰਹੇ ਹਾਂ, ਉਹ ਤਾਂ ਇੱਕ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦੱਸਾਂਗੇ। ਚਲੋ ਵਾਰਡ ਨੰਬਰ ਤੁਹਾਡੇ 2 ਤੇ ਆ ਜਾਂਦੇ ਆ। ਸੱਤਾ ਪਕਸ਼ ਵੱਲੋਂ ਕਹਿ ਦਈਏ ਬਲਾਕ ਕਾਂਗਰਸ ਦੇ ਪ੍ਰਧਾਨ ਸੰਜੇ ਸਾਨੀ ਜੀ ਕਹਿ ਰਹੇ ਕਿ ਤੁਹਾਡੇ ਜਿਹੜਾ ਵਾਰਡ ਦੇ ਵਿੱਚ ਮੈਂ ਬਹੁਤ ਜ਼ਿਆਦਾ ਵਿਕਾਸ ਕਰਵਾਤਾ, बीजेपी को विकास कराने वास्ते कुछ नहीं है और उन्होंने वास्ते मुद्दा ही कोई नहीं है। विकास तो मैं चोपड़े तुहानू की दसां, विकास तो बहुत होया, पर विकास तुहानू ये नहीं पता किन्ना दा होया। विकास होया सट्टे दा काम करने वालियां दा, विकास होया जुए दा काम करने वालियां दा, विकास होया शराबां बेचण वालियां दा। एक लुधियाने दे विच बस्ती है जोधेवाल बस्ती, वो बड़े पंजाब च मशहूर है, उत्थे सट्टा जुआ दारू दा काम बहुत हुंदा सी। अज नंगल दे विच मशहूर है पुराना गुरुद्वारा, उन्हें छोटी जोधेवाल बस्ती कहंदे ने लोग। करोना टाइम तो लैके हुण तक उत्थे इन्ना क जुआ सट्टा और दारू दा काम हो लिया, तुसीं गल ही छड्ड दो। ये विकास होया। और विकास दे नाल नाल हुंदा की सी कि जिहड़े लोग तां क्राइम करदे सी, ये पुट्ठे काम कर रहे सी, उन्हां नूं पुलिस फड़ के ले जाण लगदी सी तां साडे कौंसलर साहब नूं छडा लैंदे सी। पर कुछ बच्चे जिहड़े घर ही बैठे होए सी लॉकडाउन दे विच,
ਘਰ ਪਹੁੰਚ ਕੇ ਉਹਨਾਂ ਤੇ ਡਾਂਗਾ ਬਰਸਾਈਆਂ ਗਈਆਂ, ਉਹਨਾਂ ਨੂੰ ਥਾਣੇ ਲਿਜਾਇਆ ਗਿਆ, ਉਹਨਾਂ ਨੂੰ ਛਡਾਉਣ ਦੀ ਜ਼ਹਿਮਤ ਨਹੀਂ ਉਠਾਈ ਗਈ। ਇਹ ਸਭ ਤੋਂ ਵੱਡੀ ਤਾਂ ਇਹ ਤਰਾਸਦੀ ਹੈ ਸਾਡੇ ਇਸ ਵਾਰਡ ਦੀ। ਹੁਣ ਵਿਕਾਸ ਦੀ ਗੱਲ ਕਰ ਲਈਏ, ਤੁਸੀਂ ਕਹਿੰਦੇ ਵਿਕਾਸ, ਤੁਹਾਨੂੰ ਮੈਂ ਦੱਸਦਾ ਕਿਹੜਾ ਵਿਕਾਸ ਹੋਇਆ। ਉਸ ਤੋਂ ਇਲਾਵਾ ਮੇਰੇ ਹੱਥ 'ਚ ਨਾ ਕੁਛ ਡਾਕੂਮੈਂਟ ਹੈ। ਆ ਇੱਕ ਪਾਰਕ ਹੈ, ਤੁਸੀਂ ਕੋਈ ਪਾਰਕ ਪੱਕਾ ਹੋਇਆ ਵੇਖਿਆ? ਇਹ ਪਾਰਕ ਹੈ, ਪਾਰਕ ਦੇ ਵਿੱਚ ਵੀ ਪੇਪਰ ਲਗਾ ਦਿੱਤੇ ਗਏ ਪੀਂਘਾਂ ਦੇ ਥੱਲੇ ਵੀ, ਤਾਂ ਕਿ ਪੀਂਘ ਤੋਂ ਕੋਈ ਬੱਚਾ ਗਿਰੇ ਤਾਂ ਉਹਦਾ ਸਿਰ ਫਟੇ ਹੀ ਫਟੇ। ਆ ਇੱਕ ਸੰਜੇ ਸਾਨੀ ਜੀ ਦੇ ਘਰ ਦੇ ਮੋਹਰੇ ਦੀ ਹੋਦੀ ਹੈ, ਉਹ ਅੱਜ ਤੱਕ ਜਿਹੜੀ ਹੈ ਉਹ ਬਣਨੇ ਵਾਲੀ ਹੈ। ਆ ਪੁਰਾਣੇ ਗੁਰਦੁਆਰੇ ਦੀਆਂ ਗਲੀਆਂ ਹੈ, ਅੱਜ ਵੀ ਕੱਚੀਆਂ ਹੈ। ਸਾਡੇ ਜਿਹੜੇ ਮੌਜੂਦਾ ਕੌਂਸਲਰ ਸਾਹਿਬ ਹੈ, ਉਹਨਾਂ ਨੇ ਪਿਛਲੇ 5 ਸਾਲਾਂ ਦੇ ਵਿੱਚ ਕੋਈ ਐਦਾਂ ਦੀ ਗਲੀ ਦੱਸ ਦੇਣ ਜਿਹੜੀ ਕੱਚੀ ਗਲੀ ਨੂੰ ਪੱਕੀ ਕਰਾਇਆ ਹੋਵੇ, ਜਾਂ ਜਿਸ ਗਲੀ ਵਿੱਚ ਸੀਵਰੇਜ ਨਹੀਂ ਪਿਆ ਸੀ ਉੱਥੇ ਪਵਾਇਆ ਹੋਵੇ। ਪੁਰਾਣੀਆਂ ਗਲੀਆਂ ਨੂੰ ਪੱਟ ਕੇ ਉੱਥੇ ਦੁਆਰਾ ਪੇਵਰ ਲਗਾਉਣੇ ਬਹੁਤ ਸੌਖੇ ਚੋਪੜਾ ਜੀ। ਮੈਨੂੰ ਮਾਣ ਪ੍ਰਾਪਤ ਹੈ, ਚਾਹੇ ਮੈਂ MC ਨਹੀਂ ਵੀ ਸੀ, ਪਰ ਜਦੋਂ ਮੇਰੇ ਕੋਲ ਵਾਰਡ ਦਾ ਚਾਰਜ ਸੀ, ਸਾਰੇ ਪੁਰਾਣੇ ਗੁਰਦੁਆਰੇ ਦੀ ਗਲੀਆਂ ਦੇ ਵਿੱਚ ਪੇਵਰ ਲਗਵਾ ਕੇ ਐਨ ਚਕਾਚੌਂਦ ਮੈਂ ਵਾਰਡ ਬਣਾ ਕੇ ਦਿੱਤਾ ਸੀ। ਉਹਨਾਂ ਨੇ ਤੇ ਉਹ ਮਲਾਈ ਖਾਧੀ ਹੈ, ਔਰ ਹੁਣ ਉਹੀ ਪੇਵਰਾਂ ਨੂੰ ਪੱਟ ਕੇ ਦੁਆਰਾ ਲਗਾਤੇ, ਉਹਦੀ ਬੱਲੇ ਬੱਲੇ ਕਰੀ ਜਾਂਦੇ। ਅਦਰਵਾਈਜ਼ ਕੋਈ ਇੱਕ ਵੀ ਨਵੀਂ ਗਲੀ ਉਹਨਾਂ ਨੇ ਕੱਚੀ ਗਲੀ ਨੂੰ ਪੱਕਾ ਨਹੀਂ ਕਰਵਾਇਆ, ਕਿਸੇ ਵੀ ਸੀਵਰੇਜ ਪੈਣ ਵਾਲੀ ਗਲੀ 'ਚ ਸੀਵਰੇਜ ਨਹੀਂ ਪਵਾਇਆ। ਵਾਰਡ ਦੇ ਵਿੱਚ ਰੋਜ਼ਗਾਰ ਅੱਜ ਦੇ ਟਾਈਮ ਸਭ ਤੋਂ ਵੱਡਾ ਮੁੱਦਾ ਹੈ। ਵਾਰਡ ਦੇ ਵਿੱਚ ਇੱਕ ਵੀ ਐਦਾਂ ਦਾ ਕੋਈ ਨੌਜਵਾਨ ਨਹੀਂ ਜਿਹਨੂੰ ਸਾਡੇ ਕੌਂਸਲਰ ਸਾਹਿਬ ਨੇ ਕਿਤੇ ਨੌਕਰੀ ਦਿਲਾਈ ਹੋਵੇ। ਸਰ ਦੇਖੋ, ਇਹ ਜਿਹੜੇ ਰੋਜ਼ਗਾਰ ਦੇਣ ਦਾ ਕੰਮ ਤੇ ਤੁਹਾਡੇ, ਜੇ ਤੁਸੀਂ ਵੀ MC ਬਣ ਗਏ ਤੁਸੀਂ ਵੀ ਨਹੀਂ ਕਰ ਪਾਓਗੇ। ਰੋਜ਼ਗਾਰ ਦਾ ਮੁੱਦਾ ਇਹਦੇ 'ਚ ਨਹੀਂ। ਮੈਂ ਇੱਕ ਮੇਰੇ ਸੁਣੋ, ਤੁਸੀਂ ਕਿਹਾ ਵੀ ਜਦ ਮੇਰੇ ਅੰਡਰ ਵਾਰਡ ਸੀਗਾ ਮੈਂ ਸਾਰੀਆਂ ਗਲੀਆਂ ਪੱਕੀਆਂ ਕਰਾਤੀਆਂ, ਲੇਕਿਨ ਤੁਸੀਂ ਨਾਲ ਤਸਵੀਰਾਂ ਦੱਸ ਵੀ ਰਹੇ ਹੋ ਵੀ ਗਲੀਆਂ ਅੱਜ ਵੀ ਕੱਚੀਆਂ ਹੈ। ਬਿਲਕੁਲ, ਮੈਂ ਇਸੇ ਕਰਕੇ ਕੁਝ ਨਵੇਂ ਏਰੀਆ ਡਿਵੈਲਪ ਹੋਏ ਸੀ। ਅੱਛਾ, ਇਹ ਕੁਝ ਨਵੇਂ ਏਰੀਆ ਡਿਵੈਲਪ ਹੋਏ ਸੀ, 2-3 ਜਿਨ੍ਹਾਂ ਦੀਆਂ ਗਲੀਆਂ ਕੱਚੀਆਂ ਸੀ, ਉਹ ਤਾਂ ਇਹਨਾਂ ਦੀ ਡਿਊਟੀ ਬਣਦੀ ਸੀ ਕਿ ਨਵਾਂ ਏਰੀਆ ਡਿਵੈਲਪ ਹੋਇਆ। ਮੇਰੇ ਕੋਲ ਤਸਵੀਰਾਂ ਤਾਂ ਹੀ ਤਾਂ ਮੈਂ ਨਾਲ ਲੈ ਕੇ ਆਇਆ। ਇਹ ਨਵਾਂ ਏਰੀਆ ਡਿਵੈਲਪ ਹੋਇਆ ਸੀ ਪਿਛਲੇ 3-4 ਸਾਲ ਦੇ ਵਿੱਚ। ਉਸ ਵੇਲੇ ਤੋਂ ਜਦ ਇਹ ਸੱਤਾ ਦੇ ਵਿੱਚ ਹੈ, ਔਰ ਬਲਾਕ ਕਾਂਗਰਸ ਦੇ ਪ੍ਰਧਾਨ ਵੀ ਹੈ, ਹੌਲੀ ਸੋਲੀ ਇੰਚਾਰਜ ਹੈ ਕੌਂਸਲ ਦੇ ਵਿੱਚ, ਮੈਂ ਕਹਿ ਸਕਦਾ, ਪਰ ਇੰਨਾ ਕੰਮ ਨਹੀਂ ਕਰਵਾ ਸਕੇ। ਨਾਲੇ ਚੋਪੜੇ ਗੱਲ ਪਤਾ ਕੀ ਹੈ ਐਕਚੁਅਲੀ, ਇਹ ਵੱਡੇ ਲੱਖਾਂ ਦੇ ਕੰਮਾਂ ਨੂੰ ਪਏ ਹੋ, ਛੋਟੇ ਕੰਮਾਂ ਵੱਲ ਤਾਂ ਧਿਆਨ ਹੀ ਨਹੀਂ ਦਿੰਦੇ। ਸਾਡੇ ਮੌਜੂਦਾ ਕੌਂਸਲਰ ਹੈ, ਇਹਨਾਂ ਦੇ ਦਫ਼ਤਰ ਤੋਂ ਲਗਭਗ 20 ਮੀਟਰ ਦੀ ਦੂਰੀ ਤੇ ਐਦਾਂ ਦੀਆਂ 2 ਸੀਵਰੇਜ ਦੀਆਂ ਹੋਦੀਆਂ ਜਿਨ੍ਹਾਂ ਪਰ ਢੱਕਣ ਹੈ ਨਹੀਂ, ਹੋਦੀ ਟੁੱਟੀ ਹੋਈ ਹੈ, ਵਿੱਚ 2-4 ਵਾਰ ਗੱਡੀਆਂ ਵੀ ਗਿਰ ਚੁੱਕੀਆਂ, ਪਰ ਇਹਨਾਂ ਤੋਂ ਉਹ ਨਹੀਂ ਬਣੀਆਂ, ਕਿਉਂਕਿ ਉਹ ਲੱਖਾਂ ਦਾ ਕੰਮ ਨਹੀਂ ਹੈ। ਉਹਦੇ 'ਚ ਸਾਰੀਆਂ ਚੀਜ਼ਾਂ ਤੁਸੀਂ ਸਮਝਦੇ ਹੋ, ਛੋਟੇ ਕੰਮ ਜਿਹੜਾ ਹੈ ਉਹ ਕਰਵਾ ਹੀ ਨਹੀਂ ਸਕਦੇ। ਤੋ ਇਹ ਸੀਗੇ ਮਹੇਸ਼ ਕਾਲੀਆ ਜੀ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਵਾਰਡ ਨੰਬਰ 2 ਨੂੰ ਲੈ ਕੇ। छोटा सा ब्रेक लेने हैं, ब्रेक तो बाद फिर रूबरू होने थोड़े। अब आपके अपने शहर नंगल की MP कोठी मार्केट में रॉयल स्वीट्स पर बेकरी की दुकान खुल गई है। यहाँ आपको मिलेंगे अपनी डायरी के शुद्ध दूध से बनी मिठाई, दही, पनीर व दूध। इसके अलावा पेस्ट्री और आपकी पसंद के अनुसार स्वादिष्ट व उत्तम क्वालिटी के वैष्णो केक भी। बापू गंगादास जी TVS शोरूम कीरतपुर साहिब, यहाँ से TVS की कोई भी गाड़ी खरीदने पर मिलेंगे 3 आकर्षक उपहार। नकद गाड़ी खरीदने पर 2500 रुपए की छूट, फाइनेंस की सुविधा उपलब्ध। वसीम गारमेंट मेन मार्केट वाली दुकान बदलकर अब नंगल भाखड़ा मुख्य मार्ग पर खुल गई है। यहाँ आपको मिलेंगे बच्चों से लेकर लेडीज व जेंट्स के एक से बढ़कर एक खूबसूरत डिजाइनों के ब्रांडेड कपड़े, वह भी होलसेल रेट पर। सोनी सुजुकी रेलवे रोड नंगल पधारे और 5151 रुपए देकर सुजुकी की कोई भी गाड़ी अपने घर ले जाएं और इसमें RC व इंश्योरेंस का खर्च भी शामिल है। गॉसिप द कैफे लेकर आया है अपने ग्राहकों के लिए एक नया ऑफर। हर मंगलवार एक पिज्जे के साथ पाएं एक पिज्जा फ्री। नंगल श्री आनंदपुर साहिब मुख्य मार्ग पर स्थित MP कोठी के नजदीक 2 पहिया वाहनों की मशहूर कंपनी हीरो इलेक्ट्रिक का शोरूम खुल गया है। हीरो कंपनी के इस 2 पहिया वाहन की खासियत ये है कि इसमें पेट्रोल डलवाने का झंझट नहीं होगा। सही दाम सही नाम, विजय ज्वेलर्स नंगल डैम। ਸਵਾਗਤ ਹੈ ਜੀ ਇੱਕ ਵਾਰੀ ਫੇਰ ਸਾਡੇ ਨਾਲ ਮਹੇਸ਼ ਕਾਲੀਆ ਜੀ ਵਾਰਡ ਨੰਬਰ 2 ਤੋਂ ਚੁਣਾਵ ਲੜਨ ਦੀ ਤਿਆਰੀ ਕਰ ਰਹੇ ਆ। ਜਿਹੜੀ ਗੱਲਬਾਤ ਦਾ ਸਿਲਸਿਲਾ ਅੱਗੇ ਵਧਾਉਂਦੇ ਹੋਏ ਨਾ ਹੋਰ ਸਵਾਲ ਕਰਦੇ ਆ ਗਰਮਾ ਗਰਮ। ਮਹੇਸ਼ ਜੀ ਇੱਕ ਦੱਸੋ, ਤੁਹਾਡੇ ਵਾਰਡ ਦੇ ਵਿੱਚ 2 ਨੰਬਰ ਦੇ ਵਿੱਚ ਇੱਕ ਕੁਆੜ ਦੇ ਕੰਮ ਦਾ ਬੜੀ ਚਰਚਾ ਰਹਿੰਦੀ ਹੈ, ਤੁਸੀਂ ਵੀ ਕਾਫੀ ਆਵਾਜ਼ ਬੁਲੰਦ ਕੀਤੀ ਹੋ ਇਸ ਮਾਮਲੇ ਲੈ ਕੇ। ਇੱਕ ਪਹਿਲ ਵੈਲਫੇਅਰ ਸੁਸਾਇਟੀ ਇਹ ਵੀ ਕਾਫੀ ਬੁਲੰਦ ਕਰਦੀ ਰਹੀ ਹੈ, क्या ਹੋਇਆ ਅੱਜ ਤੱਕ, ਕਿਉਂ ਕਾਰਵਾਈ ਨਹੀਂ ਹੁੰਦੀ? ਬਿਲਕੁਲ ਜੀ, ਜਿਹੜਾ ਕਵਾੜ ਦਾ ਮੁੱਦਾ ਹੈ ਚੋਪੜਾ ਜੀ, ਬਿਲਕੁਲ ਤੁਸੀਂ ਸਹੀ ਸਵਾਲ ਚੱਕਿਆ ਔਰ ਸਹੀ ਮੁੱਦਾ ਚੱਕਿਆ। ਬੜਾ ਪੁਰਾਣਾ ਮੁੱਦਾ ਹੈ, ਕੋਸ਼ਿਸ਼ ਸਾਰੇ ਕਰਦੇ ਆ, ਕੋਸ਼ਿਸ਼ ਮੇਰੇ ਵੱਲੋਂ ਵੀ ਹੋਈ। ਸ਼ਾਇਦ ਸਭ ਤੋਂ ਪਹਿਲਾਂ ਜੇ ਕਿਸੇ ਨੇ ਮੁੱਦਾ ਚੱਕਿਆ ਸੀ ਤਾਂ ਮੈਂ ਚੱਕਿਆ ਸੀਗਾ। ਮੈਂ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਸੀ, ਉਸ ਵੇਲੇ ਮੈਂ DC ਸਾਹਿਬ ਤੱਕ ਵੀ ਇਹ ਉਹਨਾਂ ਦੇ ਧਿਆਨ 'ਚ ਵੀ ਲਿਆਂਦਾ ਸੀ।
ਪਰ ਜਿਹੜੀ ਪਾਰਟੀ ਉਹਨਾਂ ਦੀ ਚਾਹੇ ਪੋਲੀਟੀਕਲ ਪਹੁੰਚ ਕਹਿ ਲੋ ਜਾਂ ਕੋਈ ਸਿਸਟਮ ਹੈ ਜਿਹੜਾ ਉਹ ਹੱਲ ਨਿਕਲ ਨਹੀਂ ਰਿਹਾ। ਜੇ ਬੀਬੀਐਮਬੀ ਦੇ ਪਾਲੇ 'ਚ ਗੇਂਦ ਜਾਂਦੀ ਹੈ ਤਾਂ ਕਮੇਟੀ ਤੇ ਸੁੱਟ ਦਿੰਦੇ ਨੇ, ਕਮੇਟੀ ਦੇ ਪਾਲੇ 'ਚ ਗੇਂਦ ਜਾਂਦੀ ਹੈ ਤਾਂ ਬੀਬੀਐਮਬੀ ਤੇ ਸੁੱਟ ਦਿੰਦੇ ਨੇ। ਇਸ ਚੱਕਰ ਦੇ ਵਿੱਚ ਉਹ ਆਪਣਾ ਕੰਮ ਚਲਾਈ ਜਾਂਦੇ। ਇਹ ਬਹੁਤ ਇੱਕ ਗੰਭੀਰ ਮੁੱਦਾ ਹੈ ਸਾਡੇ ਵਾਰਡ ਦਾ, ਕਿਉਂਕਿ ਵਾਰਡ ਦੀ ਉਹ ਐਂਟਰੀ ਹੈ ਉਹਦੇ ਮੂਹਰੇ ਸਾਰਾ ਖਿਲਾਰਾ ਪਿਆ ਹੈ। ਠੀਕ ਹੈ, ਕਾਰੋਬਾਰ ਤੁਸੀਂ ਵੀ ਕਰਦੇ ਆ, ਕਾਰੋਬਾਰ ਮੈਂ ਵੀ ਕਰਦਾ, ਮੇਰਾ ਟੈਂਟ ਦਾ ਕੰਮ ਹੈ, ਖਿਲਾਰਾ ਸਾਡਾ ਹੀ ਬਹੁਤ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਸੜਕਾਂ ਤੇ ਜਾਂ ਖਿਲਾਰਾ ਇੰਨਾ ਪਾ ਰੱਖਾਂ ਜਿਹਦੇ ਨਾਲ ਆਉਣ ਜਾਣ ਵਾਲੇ ਨੂੰ ਦਿੱਕਤ ਹੋਵੇ। ਉਸ ਕਵਾੜ ਨੇ ਬਹੁਤ ਹੀ ਖਿਲਾਰਾ ਬਹੁਤ ਪਿਆ ਹੋਇਆ, ਉੱਥੇ ਗੰਦ ਬਹੁਤ ਹੈ, ਉਹਦੇ ਨਾਲ ਬੱਚਿਆਂ ਦੀ ਸਿਹਤ ਨੂੰ ਜਾਂ ਆਉਣ ਜਾਣ ਵਾਲੇ ਲੋਕਾਂ ਦੀ ਸਿਹਤ ਨੂੰ ਬਹੁਤ ਫਰਕ ਪੈਂਦਾ। ਇੱਕ ਸਾਰਾ ਦਿਨ ਉੱਥੇ ਤੋੜ ਤੜਾਈ ਚੱਲਦੀ, ਕੋਈ ਸਕੂਟਰਾਂ ਦਾ ਇੰਜਨ ਤੋੜਿਆ ਜਾ ਰਿਹਾ, ਕੋਈ ਗੱਡੀ ਦਾ ਇੰਜਨ ਤੋੜਿਆ ਜਾ ਰਿਹਾ, ਸਾਰਾ ਦਿਨ ਠੱਕਾ ਠੱਕ ਲੱਗੀ ਰਹਿੰਦੀ, ਨਾ ਉੱਥੇ ਆਸ-ਪਾਸ ਦੇ ਲੋਕ ਆਰਾਮ ਕਰ ਸਕਦੇ ਔਰ ਆਉਣ ਜਾਣ 'ਚ ਬੜੀ ਦਿੱਕਤ ਹੈ। ਇਹ ਬਹੁਤ ਹੀ ਗੰਭੀਰ ਮਸਲਾ ਹੈ ਔਰ ਮੇਰੀ ਕੋਸ਼ਿਸ਼ ਹੋਊਗੀ, ਮੈਨੂੰ ਜੇ ਮੌਕਾ ਮਿਲਿਆ, ਮੈਂ ਪਹਿਲਾਂ ਵੀ ਇਸ ਬਾਰੇ ਬਹੁਤ ਕੋਸ਼ਿਸ਼ ਕੀਤੀ ਸੀ, ਪਰ ਅਗਲੀ ਵਾਰ ਮੇਰੀ ਇੰਨੀ ਕੁ ਕੋਸ਼ਿਸ਼ ਹੋਊਗੀ, ਮੈਂ ਜੇ ਕਿਤੇ ਮੈਨੂੰ ਲੋਕਾਂ ਨੇ ਮੌਕਾ ਦਿੱਤਾ, ਮੈਨੂੰ ਕਾਮਯਾਬ ਕੀਤਾ, ਇਸ ਕਵਾੜ ਵਾਲੀ ਜਿਹੜੀ ਗੱਲ ਹੈ ਇਹ ਮੁੱਦਾ ਤਾਂ ਆਪਾਂ ਹੱਲ ਕਰਾ ਕੇ ਹਟਾਂਗੇ। ਇਹਦੇ ਲਈ ਚਾਹੇ ਫਿਰ ਮੈਨੂੰ ਧਰਨਾ ਦੇਣਾ ਪਵੇ, ਚਾਹੇ ਭੁੱਖ ਹੜਤਾਲ ਕਰਨੀ ਪਵੇ, ਚਾਹੇ ਕਹਿ ਸਕਦੇ ਕਿ ਮਰਨ ਵਰਤ ਤੱਕ ਕਿਉਂ ਨਾ ਜਾਣਾ ਪਵੇ, ਪਰ ਇਸ ਕਵਾੜ ਵਾਲੇ ਮੁੱਦੇ ਨੂੰ ਤਾਂ ਜਿਹੜਾ ਹੈ ਆਪਾਂ ਖਤਮ ਕਰਕੇ ਹਟਾਂਗੇ। ਅਸੀਂ ਕਿਸੇ ਦਾ ਰੁਜ਼ਗਾਰ ਛੀਨਣ ਦੇ ਜਾਂ ਖੋਹਣ ਦੇ ਹੱਕ 'ਚ ਨਹੀਂ ਹੈ, ਪਰ ਰੁਜ਼ਗਾਰ ਕਰਨ ਦਾ ਇੱਕ ਢੰਗ ਹੈ, ਇੱਕ ਤਰੀਕਾ ਹੈ। ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਉਹਨੂੰ ਕੋਈ ਵਿਸਥਾਪਿਤ ਜਗ੍ਹਾ ਦਿੱਤੀ ਜਾਵੇ, ਕੋਈ ਇੱਦਾਂ ਦੀ ਜਗ੍ਹਾ ਅਲਾਟ ਕਰਾਈ ਜਾਵੇ, ਇੱਦਾਂ ਦੀ ਕੋਸ਼ਿਸ਼ ਕਰਾਂਗੇ। ਕੋਈ ਜਾਂ ਉਹਨੂੰ ਕਹਾਂਗੇ ਭਾਈ ਤੂੰ ਕਿਤੇ ਆਪਣਾ ਇੱਦਾਂ ਦੇ ਹਿਸਾਬ ਨਾਲ ਰੱਖ, ਜਿੱਥੇ ਤੇਰੇ ਕੋਲ ਜਗ੍ਹਾ ਹੈ ਉੱਥੇ ਲੈ ਕੇ ਜਾ। ਜੇ ਇੱਥੇ ਹੀ ਕਰਨਾ ਤਾਂ ਆਪਣੇ ਘਰ ਦੇ ਅੰਦਰ, ਆਪਣੀ ਬਾਉਂਡਰੀ ਦੇ ਅੰਦਰ ਕਿਸੇ ਨੇ ਵੀ ਕੋਈ ਕੰਮ ਕਰਨਾ ਕਰੇ, ਪਰ ਸਾਰੇ ਏਰੀਆ ਦੇ ਵਿੱਚ, ਇਲਾਕੇ ਦੇ ਵਿੱਚ ਜਿਹੜਾ ਖਿਲਾਰਿਆ ਹੋਇਆ ਉਹਦੇ ਨਾਲ ਬਹੁਤ ਨੁਕਸਾਨ ਹੋ ਰਿਹਾ ਲੋਕਾਂ ਦੀ ਸਿਹਤ ਨੂੰ, ਕਿਉਂਕਿ ਸਵੱਛ ਭਾਰਤ ਅਭਿਆਨ ਜਿਹੜਾ ਹੈ ਚਲਾਇਆ ਸੀ ਮੋਦੀ ਜੀ ਨੇ, ਉਹਦੇ ਨਾਲ ਵੀ ਖਿਲਵਾੜ ਹੋ ਰਿਹਾ। ਇਸ ਕਰਕੇ ਮੇਰੇ ਕੋਲ ਆ ਫਾਈਲ ਤਿਆਰ ਹੈ, ਮੈਂ ਸਵੱਛ ਭਾਰਤ ਅਭਿਆਨ ਦੇ ਅਧੀਨ ਇਹ ਪੀਐਮ ਨੂੰ ਵੀ ਇਹਦੇ ਬਾਰੇ ਲਿਖ ਕੇ ਭੇਜ ਰਿਹਾ, ਡੀਸੀ ਸਾਹਿਬ ਨੂੰ ਵੀ ਲਿਖ ਕੇ ਭੇਜ ਰਿਹਾ, ਤੇ ਜਿਹੜੇ ਸਥਾਨਕ ਸਰਕਾਰਾਂ ਹੈ ਉਹਨਾਂ ਨੂੰ ਵੀ ਲਿਖ ਕੇ ਭੇਜ ਰਿਹਾ ਔਰ ਕੋਸ਼ਿਸ਼ ਮੇਰੀ ਇਹੀ ਹੋਊਗੀ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇਹ ਮੁੱਦਾ ਹੈ ਇਹ ਹੱਲ ਹੋਵੇ, ਉਹਨਾਂ ਦਾ ਕਾਰੋਬਾਰ ਵੀ ਨਾ ਜਾਵੇ, ਪਰ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਜਿਹੜਾ ਹੋ ਰਿਹਾ ਉਹ ਨਾ ਹੋਵੇ। ਇੱਕ ਚੀਜ਼ ਦੱਸੋ, ਜਦ ਤੁਹਾਡੀ ਸਤਾ ਸੀਗੀ ਨੰਗਲ ਨਗਰ ਕੌਂਸਲ 'ਚ ਤੇ ਨੰਗਲ ਨਗਰ ਕੌਂਸਲ ਨੂੰ ਪੇਵਰਾਂ ਦਾ ਸ਼ਹਿਰ ਕਿਹਾ ਜਾਣ ਲੱਗਿਆ ਸੀਗਾ, ਅੱਜ ਬੇਸ਼ੱਕ ਸਤਾ 'ਚ ਤੁਸੀਂ ਨਹੀਂ ਹੈ, ਲੇਕਿਨ ਹੁਣ ਜਿੰਮਾਂ ਦਾ ਸ਼ਹਿਰ ਕਹਿਣ ਲੱਗ ਪਏ, ਓਪਨ ਜਿਮ। ਬਿਲਕੁਲ ਠੀਕ ਗੱਲ ਹੈ ਤੁਹਾਡੀ। ਇਹਦਾ ਸਭ ਤੋਂ ਜਿੱਦਾ ਜਾਗਦਾ ਸਬੂਤ ਹੈ ਸਾਡੇ ਵਾਰਡ ਨੰਬਰ 2 ਵਿੱਚ ਹੀ ਹੈਗਾ। ਤੁਸੀਂ ਜੇ ਉੱਥੇ ਮੌਕੇ ਤੇ ਕਿਤੇ ਮੇਰੇ ਨਾਲ ਚੱਲਦੇ ਤਾਂ ਮੈਂ ਤੁਹਾਨੂੰ ਦਿਖਾਉਂਦਾ। ਇੱਕ ਉੱਥੇ ਅੰਬੇਦਕਰ ਜੀ ਦਾ ਪਾਰਕ ਹੈ, ਪਾਰਕ ਦੇ ਵਿੱਚ ਓਪਨ ਜਿਮ ਲੱਗਿਆ ਹੋਇਆ, ਤੇ ਉਹਦੇ ਬਿਲਕੁਲ ਨਾਲ ਲਗਭਗ 15 ਫੁੱਟ ਤੇ ਇੱਕ ਹੋਰ ਲੇਡੀਜ਼ ਜਿਮ ਬਣਾਉਣ ਦੀ ਜਿਹੜੇ ਹੈ ਉਹ ਨੀਂਹ ਪੱਥਰ ਰੱਖਿਆ ਗਿਆ, ਉਹਦਾ ਕੰਮ ਸ਼ੁਰੂ ਹੋਇਆ। ਤੇ ਉਸ ਤੋਂ ਨਾਲ ਹੀ ਲਗਭਗ 200 ਮੀਟਰ ਤੇ ਇੱਕ ਹੋਰ ਜਿਮ ਹੈ, ਜਿੱਥੇ ਕਵਾੜਖਾਨਾ ਜਿਹਦੀ ਆਪਾਂ ਹੁਣੀ ਗੱਲ ਕਰਕੇ ਹਟੇ, ਕਵਾੜਖਾਨੇ ਦੇ ਕੋਲ ਇੱਕ ਜਿਮ ਬਣਿਆ। ਉਹ ਜਿਮ ਦੀ ਬਿਲਡਿੰਗ ਹੀ ਬਣੀ, ਖੈਰ ਜਿਮ ਤਾਂ ਅੱਜ ਤੱਕ ਸ਼ੁਰੂ ਨਹੀਂ ਹੋਈ, ਉਹਨੂੰ ਹਲੇ ਤਾਲਾ ਹੀ ਲੱਗਿਆ। ਔਰ ਜਿਮ ਜਿਹੜੀ ਸੀ ਉਹ ਬਣਾਈ ਇਸ ਸ਼ਰਤ ਤੇ ਗਈ ਸੀ ਕਿ ਕਵਾੜ ਚੱਕ ਹੋਵੇ, ਕਵਾੜ ਤਾਂ ਚੱਕ ਨਹੀਂ ਹੋਇਆ, ਜਿਮ ਬਣਿਆ ਪਰ ਜਿਮ ਚਾਲੂ ਨਹੀਂ ਹੋਇਆ। ਦੂਸਰਾ ਜਿਮ ਅੰਬੇਦਕਰ ਪਾਰਕ ਦੇ ਵਿੱਚ ਹੈ, ਤੀਸਰਾ ਜਿਮ ਹੋਰ ਬਣਨ ਲੱਗਿਆ। ਔਰ ਮਨੀ ਵੇਸਟੇਜ ਹੈ ਲਗਭਗ ਚੋਪੜਾ ਜੀ 150-200 ਮੀਟਰ ਦੇ ਵਿੱਚ ਇਹ ਤੀਸਰੀ ਜਿਮ ਬਣਨ ਲੱਗੀ। ਜਿੱਥੇ ਜਿਮ ਬਣਾ ਰਹੇ ਉੱਥੇ ਬੀਬੀਐਮਬੀ ਦੀ ਇੱਕ ਸ਼ੈੱਡ ਸੀ, ਉਹਨੂੰ ਢਾਹ ਕੇ ਜਿਮ ਬਣਾਉਣ ਲੱਗੇ। ਉੱਥੇ ਜਿਹੜਾ ਪੁਰਾਣਾ ਗੁਰਦੁਆਰਾ ਵਾਰਡ ਹੈ, ਇੱਕ ਧਾਰਮਿਕ ਵਾਰਡ ਹੈ, ਉੱਥੇ 5 ਮੰਦਿਰ ਗੁਰਦੁਆਰੇ ਹੈ ਔਰ 5 ਮੰਦਿਰਾਂ ਗੁਰਦੁਆਰਿਆਂ ਦੀ ਕੋਈ ਸ਼ੋਭਾ ਯਾਤਰਾ, ਨਗਰ ਕੀਰਤਨ ਜਿਹੜਾ ਸ਼ਹਿਰ 'ਚ ਨਿਕਲਦੇ ਆ, ਸਾਰੇ ਪੁਰਾਣੇ ਗੁਰਦੁਆਰੇ ਤੋਂ ਸਟਾਰਟ ਹੁੰਦੇ ਆ। ਤੇ ਉੱਥੇ ਜਦੋਂ ਨਗਰ ਕੀਰਤਨ ਜਾਂ ਸ਼ੋਭਾ ਯਾਤਰਾ ਨਿਕਲਦੀ ਹੈ, ਨਾ ਕੋਈ ਪਾਰਕਿੰਗ ਨੂੰ ਸਥਾਨ ਹੈ, ਕਿਸੇ ਨੇ ਕੋਈ ਧਾਰਮਿਕ ਸਮਾਗਮ ਕਰਨਾ ਉਹਦੇ ਲਈ ਕੋਈ ਜਗ੍ਹਾ ਨਹੀਂ ਹੈ। ਅਸੀਂ ਤਾਂ ਇਹ ਚਾਹੁੰਦੇ ਸੀ ਕਿ ਜਿਹੜੀ ਉਹ ਸ਼ੈੱਡ ਢਾਈ ਗਈ ਉਸ ਗਰਾਊਂਡ ਨੂੰ ਖਾਲੀ ਰੱਖਿਆ ਜਾਵੇ, ਤਾਂ ਕਿ ਹਰ ਧਾਰਮਿਕ ਸੰਸਥਾ ਆਪਣਾ ਉੱਥੇ ਧਾਰਮਿਕ ਸਮਾਗਮ ਕਰ ਸਕੇ, ਉੱਥੋਂ ਸ਼ੋਭਾ ਯਾਤਰਾ ਕਰ ਸਕੇ। ਜੇ ਇਹ ਨਹੀਂ ਕਰਨਾ, ਗਰਾਊਂਡ ਖਾਲੀ ਹੋਊਗਾ, ਉਹਨੂੰ ਪਾਰਕਿੰਗ ਬਣਾ ਦਿੱਤਾ ਜਾਵੇ, ਕਿਉਂਕਿ ਪਾਰਕਿੰਗ ਨੂੰ ਵੀ ਪੁਰਾਣੇ ਗੁਰਦੁਆਰੇ 'ਚ ਕੋਈ ਜਗ੍ਹਾ ਨਹੀਂ ਹੈ। ਇਹ ਵੀ ਨਹੀਂ ਕਰਨਾ, ਬਿਲਕੁਲ ਪੁਰਾਣੇ ਗੁਰਦੁਆਰੇ ਨਾਲ ਪੀਆਰ ਆਫਿਸ ਹੈ, ਜਿੱਥੇ ਦੂਰ ਦਰਾਡੇ ਤੋਂ ਜਿਹੜੇ ਹੈ ਟੂਰਿਸਟ ਆਉਂਦੇ ਹੈ ਜਾਂਦੇ ਹੈ, ਉੱਥੇ ਇੱਕ ਸ਼ੋਪਿੰਗ ਕੰਪਲੈਕਸ ਬਣਾ ਦਿੱਤਾ ਜਾਵੇ ਕਿ ਜਿੰਨੀ ਦੇਰ ਤੱਕ ਕੋਈ ਪਾਸ ਬਣਾਉਣ ਲਈ ਖੜਾ ਹੈ ਤਾਂ ਲੋਕ ਜਿਹੜੇ ਆ ਉਸ ਸ਼ੋਪਿੰਗ ਕੰਪਲੈਕਸ ਦੇ ਵਿੱਚ ਆ ਕੇ ਸ਼ੋਪਿੰਗ ਕਰ ਸਕਣ। ਉਹਦੇ ਨਾਲ 2 ਪਰਪਸ ਹੱਲ ਹੋਣਗੇ, ਇੱਕ ਤਾਂ ਉਹ ਜਗ੍ਹਾ ਦਾ ਪ੍ਰੋਪਰ ਯੂਟਿਲਾਈਜ਼ ਹੋ ਜਾਊਗਾ, ਦੂਸਰਾ ਬੇਰੁਜ਼ਗਾਰੀ ਹੈ ਸਾਡਾ ਵਾਰਡ ਦੇ ਜਾਂ ਮਹੱਲੇ ਦੇ ਜਾਂ ਨੰਗਲ ਦੇ ਕੁਝ ਲੋਕਾਂ ਨੂੰ, ਕੁਝ ਜਿਹੜੇ ਜਵਾਨਾਂ ਨੂੰ ਉੱਥੇ ਰੁਜ਼ਗਾਰ ਮਿਲ ਜਾਊਗਾ ਜੇ ਉੱਥੇ ਸ਼ੋਪਿੰਗ ਕੰਪਲੈਕਸ ਬਣਾ ਦਿੱਤਾ ਜਾਵੇ, ਜਾਂ ਉਹਨੂੰ ਖਾਲੀ ਪਲੇਨ ਗਰਾਊਂਡ ਬਣਾ ਕੇ ਛੱਡਤਾ ਜਾਵੇ ਤਾਂ ਮੇਰੇ ਹਿਸਾਬ ਨਾਲ ਜ਼ਿਆਦਾ ਵਧੀਆ ਹੋਊਗਾ। ਆਲਿਆ ਜੀ, ਤੁਸੀਂ 2 ਉਹ ਜਿਮ ਦੀ ਗੱਲ ਕੀਤੀ, ਉਹ ਤਾਂ ਠੀਕ ਹੈ, 2 ਜਿਮ ਬਣਿਆ, ਲੇਕਿਨ ਇਹ ਸਪੈਸ਼ਲ ਲੇਡੀਜ਼ ਵਾਸਤੇ, ਮਹਿਲਾਵਾਂ ਵਾਸਤੇ ਕੋਈ ਨਹੀਂ ਸੀ। ਮਹਿਲਾਵਾਂ ਕਿੱਥੇ ਜਾਣ ਵਿਚਾਰੀਆਂ, ਜਿਹੜਾ ਉਹਨਾਂ ਨੂੰ ਵੀ ਚਾਹੀਦਾ ਨਾ। ਮੈਂ ਦੱਸਦਾ ਚੁਪੜਾਈ, ਜਿਹੜਾ ਓਪਨ 에ਅਰ ਜਿਮ ਹੁੰਦਾ ਉਹ ਕਾਮਨ ਹੁੰਦਾ,
ਉੱਥੇ ਮਹਿਲਾਵਾਂ ਵੀ ਜਾਂਦੀਆਂ ਤੇ ਜੈਂਟਸ ਵੀ ਜਾਂਦੇ ਆ, ਪੁਰਸ਼ ਵੀ ਜਾਂਦੇ ਆ, ਕੋਈ ਵੀ ਜਾ ਸਕਦਾ ਹੈ। ਔਰ ਸਟਰਕਚਰ ਜਿਹੜਾ ਉਹਨਾਂ ਦਾ ਮਸ਼ੀਨਾਂ ਕਹਿ ਲਓ ਜਾਂ ਸਟਰਕਚਰ ਕਹਿ ਲਓ ਇਸ ਟਾਈਪ ਦਾ ਹੈ ਕਿ ਉੱਥੇ ਕੋਈ ਵੀ ਜਾ ਸਕਦਾ, ਓਪਨ 에ਅਰ ਜਿਮ ਉਹਨੂੰ ਇਸੇ ਕਰਕੇ ਕਿਹਾ ਜਾ ਸਕਦਾ। ਔਰ ਇੱਕ ਇਹਨਾਂ ਨੇ ਇਸੇ ਤਰ੍ਹਾਂ ਅਮੋਲ ਕਾਲੀਆ ਪਾਰਕ ਦੇ ਵਿੱਚ ਓਪਨ 에ਅਰ ਜਿਮ ਲਗਾਈ, ਉਹ ਇਹ ਕਹਿ ਕੇ ਲਗਾਈ ਲੇਡੀਜ਼ ਵਾਸਤੇ। ਫਿਰ ਇਹ ਲੇਡੀਜ਼ ਵਾਸਤੇ ਉੱਥੇ ਅਲੱਗ ਜਿਮ ਬਣਾਉਣ ਦਾ ਮੈਨੂੰ ਸਮਝ ਨਹੀਂ ਆਈ ਗੱਲ। ਸ਼ਾਇਦ 2-3 ਦਿਨ ਪਹਿਲੇ ਜਾਂ ਹਫਤਾ ਪਹਿਲੇ ਦੀ ਹੋਈ ਹੈ, ਉਦਘਾਟਨ ਕੀਤਾ ਗਿਆ ਉੱਥੇ ਅਮੋਲ ਕਾਲੀਆ ਪਾਰਕ ਦੇ ਵਿੱਚ, ਉਹਨੂੰ ਲੇਡੀਜ਼ ਜਿਮ ਦਾ ਨਾਮ ਦੇ ਕੇ ਓਪਨ 에ਅਰ ਜਿਮ ਬਣਾਈ ਗਈ। ਫਿਰ ਇਹ ਅਲੱਗ ਲੇਡੀਜ਼ ਜਿਮ ਦੀ ਬਜਾਏ ਮੈਂ ਸੋਚਦਾ ਉੱਥੇ ਉਹਨੂੰ ਗਰਾਊਂਡ ਜਾਂ ਪਾਰਕਿੰਗ ਜਾਂ ਸ਼ੋਪਿੰਗ ਕੰਪਲੈਕਸ ਬਣਾਇਆ ਜਾਂਦਾ ਤਾਂ ਜ਼ਿਆਦਾ ਵਧੀਆ ਜਗ੍ਹਾ ਦਾ ਜਿਹੜਾ ਹੈ ਯੂਜ਼ ਹੋ ਸਕਦਾ ਸੀ, ਵਰਤੋਂ ਕੀਤੀ ਜਾ ਸਕਦੀ ਸੀ। ਇਹ ਦੱਸੋ, ਨਗਰ ਕੌਂਸਲ ਚੁਣਾਵ ਦੀ ਤੁਸੀਂ ਤਿਆਰੀ ਕਰ ਰਹੇ ਹੋ, ਬਿਲਕੁਲ ਜੀ। ਕੀ ਮੁੱਦੇ ਹੋਣਗੇ ਤੁਹਾਡੇ? ਦੇਖੋ ਚੋਪੜਾ ਜੀ, ਮੁੱਦੇ ਤਾਂ ਬਹੁਤ ਹੈ, ਮੇਰੇ ਦਿਲ ਵਿੱਚ ਬਹੁਤ ਗੱਲਾਂ ਹੈ, ਪਰ ਉਹੀ ਗੱਲ ਹੈ ਕਿ ਜਿਹੜੇ ਮੇਰੇ ਮੁੱਦੇ ਹੈ ਜਾਂ ਜਿਹੜਾ ਮੇਰਾ ਵਿਜ਼ਨ ਹੈ ਵਾਰਡ ਦੇ ਵਿੱਚ, ਉਹ ਤਾਂ ਜਿੱਦਾਂ ਇਲੈਕਸ਼ਨ ਜਦੋਂ ਸ਼ੁਰੂ ਹੋ ਗਿਆ, ਕਿਉਂਕਿ ਹਲੇ ਇਲੈਕਸ਼ਨ ਦੀ ਘੋਸ਼ਣਾ ਨਹੀਂ ਹੋਈ, ਮੈਂ ਹਲੇ ਉਹ ਡਿਸਕਲੋਜ਼ ਕਰਨਾ ਨਹੀਂ ਚਾਹੁੰਦਾ। ਇੰਨਾ ਮੇਰੀ ਗਰੰਟੀ ਹੈ, ਇੰਨਾ ਮੈਂ ਲੋਕਾਂ ਨੂੰ ਵਿਸ਼ਵਾਸ ਦਿਲਾਉਂਦਾ, ਆਪਣੇ ਵਾਰਡ ਦੇ ਲੋਕਾਂ ਨੂੰ ਜਿਨ੍ਹਾਂ ਨੇ ਮੈਨੂੰ ਭਰਪੂਰ ਸਾਥ ਦਿੱਤਾ ਹੈ ਪਹਿਲਾਂ ਤੋਂ ਵੀ, ਅੱਜ ਵੀ ਦੇ ਰਹੇ ਨੇ, ਕਿ ਇਸ ਵਾਰਡ ਨੂੰ ਇੱਕ ਮਾਡਲ ਵਾਰਡ ਬਣਾ ਕੇ ਦੇਵਾਂਗਾ। ਜਿਹੜੇ ਸਾਡੇ ਮੌਜੂਦਾ ਕੌਂਸਲਰ, ਉਹਨਾਂ ਕੋਲ ਸਭ ਕੁਝ ਸਾਰੇ ਤੰਤਰ ਮੰਤਰ ਹੁੰਦੇ ਹੋਏ ਵੀ ਨਹੀਂ ਬਣਾ ਸਕੇ, ਬਲਾਕ ਕਾਂਗਰਸ ਦਾ ਪ੍ਰਧਾਨ ਹੁੰਦੇ ਹੋਏ ਵੀ ਨਹੀਂ ਬਣਾ ਸਕੇ। ਮੈਂ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਲਾਨਾ, ਇੱਕ ਇਹਨੂੰ ਮਾਡਲ ਵਾਰਡ ਬਣਾ ਕੇ ਦੇਵਾਂਗਾ, ਕਿਉਂਕਿ ਲੋਕ ਉਸ ਵਾਰਡ ਦੇ ਲੋਕ ਮੇਰੇ ਕਾਰਿਆਕਸ਼ਮਤਾ ਨੂੰ, ਮੇਰੇ ਕੰਮ ਕਰਨ ਦੀ ਸ਼ੈਲੀ ਨੂੰ ਜਾਣਦੇ ਆ। ਜਦੋਂ ਮੈਂ ਪਹਿਲੇ ਇੰਚਾਰਜ ਵੀ ਸੀ, ਚਾਹੇ ਮੈਂ ਉੱਥੇ ਦਾ ਕੌਂਸਲਰ ਕਦੀ ਨਹੀਂ ਰਿਹਾ, ਇੰਚਾਰਜ ਵੀ ਸੀ, ਮੈਂ ਗਲੀ ਗਲੀ ਵਿੱਚ ਖੜ ਖੜ ਕੇ, ਘਰ ਦੇ ਮੂਹਰੇ ਖੜ ਖੜ ਕੇ ਸਾਰੇ ਗਲੀਆਂ ਦੇ ਕੰਮ ਕਰਵਾਏ ਸੀ। ਲੋਕਾਂ ਨੂੰ ਮੇਰੇ ਕਾਰਿਆਸ਼ੈਲੀ ਦਾ ਪਤਾ, ਲੋਕ ਅੱਜ ਮੈਨੂੰ ਯਾਦ ਕਰਦੇ ਆ, ਡਿਫਰੈਂਸ ਦੇਖਦੇ ਨੇ ਕਿ ਕਾਲੀਆ ਦਾ ਕੰਮ ਕਰਨ ਦਾ ਢੰਗ ਕੀ ਸੀ, ਮਹੇਸ਼ ਕਾਲੀਆ ਦਾ ਕੰਮ ਕਰਨ ਦਾ ਢੰਗ ਕੀ ਸੀ, ਤੇ ਮੌਜੂਦਾ ਕੌਂਸਲਰ ਦਾ ਕੰਮ ਕਰਨ ਦਾ ਢੰਗ ਕੀ ਹੈ। ਇਸ ਕਰਕੇ ਇਸ ਵਾਰਡ ਨੂੰ ਇੱਕ ਮਾਡਲ ਵਾਰਡ ਬਣਾ ਕੇ ਦੇਵਾਂਗੇ। ਉਹਦੇ ਪ੍ਰਤੀ ਮੇਰੇ ਦਿਲ ਦੇ ਵਿੱਚ, ਦਿਮਾਗ ਵਿੱਚ ਬਹੁਤ ਸਾਰੀਆਂ ਗੱਲਾਂ ਹੈ, ਬਹੁਤ ਸਾਰੇ ਵਿਜ਼ਨ ਹੈ। ਔਰ ਇੱਕ ਹੋਰ ਤੁਹਾਡੇ ਰਾਹੀਂ ਜਿਹੜੀ ਬਾਕੀ ਤਾਂ ਸਾਡੀ ਚਲੋ ਪਾਰਟੀ ਦੇ ਤੌਰ ਤੇ ਘੋਸ਼ਣਾਵਾਂ ਹੋਣੀਆਂ ਜਾਂ ਜੋ ਵੀ ਸਿਸਟਮ ਚੱਲੇਗਾ, ਇੱਕ ਪਰਸਨਲ ਤੌਰ ਤੇ ਮੈਂ ਤੁਹਾਡੇ ਇਸ ਚੈਨਲ ਰਾਹੀਂ ਇੱਕ ਘੋਸ਼ਣਾ ਜ਼ਰੂਰ ਵਾਰਡ ਵਾਸੀਆਂ ਲਈ ਕਰਨਾ ਚਾਹਾਂਗਾ ਕਿ ਮੇਰਾ ਆਪਣਾ ਟੈਂਟ ਦਾ ਕੰਮ ਹੈ, ਮੈਂ ਤਾਂ ਉਹਦੀ ਇੱਕ ਪਰਸਨਲ ਮਾਲਕ ਹਾਂ। ਉਹਦੇ ਬਾਰੇ ਮੈਂ ਜ਼ਰੂਰ ਘੋਸ਼ਣਾ ਕਰ ਸਕਦਾ ਕਿ ਜੇ ਵਾਰਡ ਵਾਸੀ ਮੇਰੇ ਤੇ ਵਿਸ਼ਵਾਸ ਦਿਲਾਉਂਦੇ ਹੈ, ਮੈਨੂੰ ਜਿਤਾਉਂਦੇ ਹੈ, ਆਉਣ ਵਾਲੇ 5 ਸਾਲ ਦੇ ਵਿੱਚ ਜਿੰਨੇ ਦੇਰ ਮੈਂ ਕੌਂਸਲਰ ਰਹਾਂਗਾ, ਵਾਰਡ ਦੇ ਵਿੱਚ ਕਿਸੇ ਵੀ ਲੜਕੇ ਦਾ, ਕਿਸੇ ਵੀ ਲੜਕੇ ਦੀ ਮੈਰਿਜ ਹੋਊਗੀ, ਵਿਆਹ ਹੋਊਗਾ, ਚਾਹੇ ਉਹ ਅਮੀਰ ਹੋਵੇ, ਚਾਹੇ ਉਹ ਗਰੀਬ ਹੋਵੇ, ਚਾਹੇ ਉਹ ਕਿਸੇ ਵੀ ਜਾਤ ਧਰਮ ਦਾ ਹੋਵੇ, ਉਸ ਲੜਕੇ ਲੜਕੀ ਦੇ ਵਿਆਹ ਦੇ ਵਿੱਚ ਮੇਰੇ ਵੱਲੋਂ ਜਿਹੜਾ ਟੈਂਟ ਹੈ ਉਹ ਫ੍ਰੀ 'ਚ ਹੋਏਗਾ, ਫ੍ਰੀ ਆਫ ਕੋਸਟ, ਇੱਕ ਵੀ ਪੈਸਾ ਨਹੀਂ ਲਿਆ ਜਾਊਗਾ ਮੇਰੇ ਵੱਲੋਂ। ਵਾਰਡ ਵਾਸੀਆਂ ਨੂੰ ਮੇਰੇ ਵੱਲੋਂ ਇੱਕ ਸ਼ਗਨ ਕਹਿ ਲਓ, ਤੋਹਫਾ ਕਹਿ ਲਓ, ਜਾਂ ਮੇਰੇ ਵੱਲੋਂ ਇੱਕ ਭੇਂਟ ਕਹਿ ਲਓ, ਇਹ ਮੇਰੇ ਵੱਲੋਂ ਕੋਸ਼ਿਸ਼ ਹੋਊਗੀ। ਕਾਲੇ ਜੀ, ਵਾਰਡ ਵਾਸੀਆਂ ਨੂੰ ਲਵਾਉਣ ਵਾਸਤੇ ਬੜੀ ਵੱਡੀ ਘੋਸ਼ਣਾ ਤੁਸੀਂ ਕਰਤੀ। ਦੱਸੋ ਕਿ ਜਿਹੜੇ ਚੁਣਾਵ ਹੋਣੇ 19 ਵਾਰਡਾਂ ਤੇ ਕਿੰਨੀਆਂ ਸੀਟਾਂ ਜਿੱਤੋਗੇ ਤੁਸੀਂ? ਦੇਖੋ ਲਗਭਗ ਚੋਪੜਾ ਜੀ, ਜੋ ਹਾਲਾਤ ਹੈ ਇਸ ਵੇਲੇ ਨੰਗਲ ਨਗਰ ਕੌਂਸਲ ਦੇ, ਜੋ ਭ੍ਰਸ਼ਟਾਚਾਰ ਜਾਂ ਜੋ ਕਾਂਗਰਸ ਪਾਰਟੀ ਦੇ ਵਿਰੋਧ ਦੇ ਵਿੱਚ ਲੋਕਾਂ ਦਾ ਮਨ ਹੈ ਬਣ ਚੁੱਕਿਆ, ਕਿਉਂਕਿ ਨਾ ਤਾਂ ਸਰਕਾਰ ਨੇ ਕੋਈ ਐਸਾ ਕੋਈ ਅੱਛਾ ਕੰਮ ਕੀਤਾ, ਨਾ ਨੰਗਲ ਦੀ ਨਗਰ ਕੌਂਸਲ ਪਿਛਲੇ 3-4 ਸਾਲ ਤੋਂ ਜਿਹੜੇ ਵੀ ਕੰਮ ਹੋਣਾ ਇਲੈਕਸ਼ਨ ਨੂੰ ਦੇਖ ਕੇ ਹੋਣੇ ਸ਼ੁਰੂ ਹੋਏ ਆ, ਕਹਿ ਸਕਦੇ ਆਪਾਂ ਆ ਪਿਛਲੇ 2-3 ਮਹੀਨਿਆਂ ਤੋਂ, ਉਹ ਵੀ ਪ੍ਰਸ਼ਾਸਕ ਜੀ ਨੇ ਸ਼ੁਰੂ ਕੀਤਾ, ਜਦ ਕਿ ਨੰਗਲ ਦੀ ਨਗਰ ਕੌਂਸਲ ਜਾਂ ਨੰਗਲ ਦਾ ਪ੍ਰਧਾਨ ਜਾਂ ਨੰਗਲ ਦੇ ਕੌਂਸਲਰ ਜਿਹੜੇ ਸੀ ਕਾਂਗਰਸ ਦੇ, ਕੋਈ ਡਿਵੈਲਪਮੈਂਟ ਦਾ ਐਸਾ ਕੋਈ ਕੰਮ ਨਹੀਂ ਕਰਵਾ ਸਕੇ। ਇਸ ਕਰਕੇ ਜਿਹੜੇ ਹੁਣ ਕੰਮ ਹੈ ਇਹ ਤਾਂ ਇਲੈਕਸ਼ਨ ਨੂੰ ਦੇਖਦੇ ਹੋਏ ਹੋ ਰਹੇ ਆ, ਐਦਾਂ ਦਾ ਕੋਈ ਉਹ ਕੰਮ ਨਹੀਂ ਹੈ ਜਿਹਦੇ ਨਾਲ ਇਹ ਵੋਟਾਂ ਲੈ ਸਕਣ। ਇਸ ਕਰਕੇ ਭਾਜਪਾ ਨੂੰ ਵੋਟ ਕਰਨ ਲਈ ਲੋਕ ਤਿਆਰ ਬੈਠੇ ਆ। ਸਾਡੀ ਤਾਂ ਇਹ ਹੈ ਕਿ ਲਗਭਗ ਅਸੀਂ 19 ਦੇ 19 ਵਾਰ ਜਿੱਤਾਂਗੇ ਔਰ ਪੂਰੀ ਮੈਜੋਰਟੀ ਦੇ ਨਾਲ ਜਿਹੜੀ ਹੈ ਕੌਂਸਲ ਬਣਾਵਾਂਗੇ। ਤੁਸੀਂ ਮੈਨੂੰ ਦੱਸੋ, ਤੁਸੀਂ 19 ਦੀ 19 ਵਾਰ ਜਿੱਤਣ ਦੇ ਦਾਅਵੇ ਸਾਰੇ ਭਾਜਪਾ ਹੀ ਕਰ ਰਹੇ, ਕਿੱਦਾਂ ਦਾਅਵੇ ਕਰ ਰਹੇ ਹੋ? ਕਿਉਂ ਕਾਂਗਰਸ ਕੇ ਮੂੰਹ ਦੇਖਣ ਨੂੰ ਆਊਗੀ ਇੱਥੇ? ਅੱਜ ਦੇ ਟਾਈਮ ਦੇ ਵਿੱਚ ਭਾਰਤ ਵਿੱਚ ਚੋਪੜਾ ਜੀ ਤੁਸੀਂ ਦੇਖਿਆ ਹੋਣਾ, ਜਿੱਥੇ ਵੀ ਚੁਣਾਵ ਹੋ ਰਹੇ ਭਾਜਪਾ ਜਿੱਤਦੀ ਆ ਰਹੀ, ਔਰ ਨੰਗਲ ਨਗਰ ਕੌਂਸਲ ਦਾ ਰਿਜ਼ਲਟ ਵੀ ਇਹੀ ਹੋਊਗਾ ਜਿਹੜਾ ਤੁਹਾਨੂੰ ਦੱਸਿਆ। ਭਾਜਪਾ ਜਿਹੜੀ ਹੈ ਕੌਂਸਲ ਬਣਾਏਗੀ ਔਰ ਫੁੱਲ ਮੈਜੋਰਟੀ ਨਾਲ ਬਣਾਏਗੀ। ਮੈਂ ਤਾਂ ਕਹਿੰਦਾ 19 ਸੀਟਾਂ ਨਾਲ ਬਣਾਏਗੀ, 19 ਨਾਲ ਨਾ ਸੀ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਅਸੀਂ ਨੰਗਲ ਦੀ ਨਗਰ ਕੌਂਸਲ ਤੇ ਜਿਹੜੀ ਹੈ ਉਹ ਆਪਣਾ ਸੇਵਾ ਦਾ ਮੌਕਾ ਜਿਹੜੀ ਹੈ ਸਾਨੂੰ ਨੰਗਲ ਦੀ ਜਨਤਾ ਦੇਊਗੀ, ਸਾਨੂੰ ਪੂਰਾ ਵਿਸ਼ਵਾਸ ਹੈ। ਇਹ ਦੱਸੋ ਕਿ ਅਸੀਂ ਸਾਰੇ ਜਿਨ੍ਹਾਂ ਨੂੰ ਵੀ ਇੰਟਰਵਿਊ ਕਰ ਰਹੇ ਹਾਂ, ਚਾਹੇ ਚੁਣੇ ਹੋਏ ਸੀਗੇ ਐਮਸੀ ਜਾਂ ਤਿਆਰੀ ਕਰ ਰਹੇ ਇਲੈਕਸ਼ਨ ਦੀ, ਸਾਰੇ ਨੂੰ ਆਪਾਂ ਇਹ ਸਵਾਲ ਪੁੱਛ ਰਹੇ ਹਾਂ ਕਿ ਨੰਗਲ ਨਗਰ ਕੌਂਸਲ ਦੇ ਵਿੱਚ ਪ੍ਰੈਸ ਦੀ ਐਂਟਰੀ ਤੇ ਤੁਹਾਡੀ ਪਾਰਟੀ ਨੇ ਬੈਨ ਕੀਤਾ ਸੀ ਜਦ ਤੁਸੀਂ ਸੱਤਾ ਸੀਗੇ, ਉਹ ਵੀ ਮਤਾ ਪਾ ਕੇ, ਕੀ ਕਰੋਗੇ? ਨਹੀਂ, ਇਹ ਤੁਹਾਨੂੰ ਮੈਂ ਵਿਸ਼ਵਾਸ ਦਿਲਾਨਾ, ਸ਼ਾਇਦ ਬਾਕੀ ਸਾਰਿਆਂ ਨੇ ਵੀ ਵਿਸ਼ਵਾਸ ਦਿਲਾਇਆ ਹੋਊਗਾ, ਪਰ ਜੋ ਮੇਰਾ ਆਪਣਾ ਮਨ ਹੈ, ਜੋ ਮੇਰਾ ਵਿਊ ਹੈ, ਪ੍ਰੈਸ ਦੀ ਜਿਹੜੀ ਹੈ ਐਂਟਰੀ ਹੋਣੀ ਜ਼ਰੂਰੀ ਹੈ।
ਇਹ ਕਿਉਂ press- ਗਲਤੀ ਕੀਤੀ, ਪਹਿਲਾਂ ਕਿਉਂ ਗਲਤੀ ਕਰ ਲਈ ਇਹਨਾਂ ਨੇ? ਚਲੋ ਮੌਕੇ ਦੇ ਉਸ ਵੇਲੇ ਦੇ ਸਰਕਮਸਟੈਂਸ ਕੀ ਸੀ ਕੀ ਨਹੀਂ ਸੀ ਮੈਂ ਉਸ ਬਾਰੇ ਨਹੀਂ ਜਾਣਦਾ ਜਾਂ ਮੈਂ ਨਹੀਂ ਕਹਿਣਾ ਚਾਹਾਂਗਾ, ਪਰ ਆਉਣ ਵਾਲੇ ਟਾਈਮ ਦੇ ਵਿੱਚ ਨਗਰ ਕੌਂਸਲ ਜੇ ਭਾਜਪਾ ਜਿੱਤਦੀ ਹੈ, ਸਾਡਾ ਚੇਅਰਮੈਨ ਬਣਦਾ ਹੈ, ਤਾਂ ਮੈਂ ਤੁਹਾਨੂੰ ਵਿਸ਼ਵਾਸ ਦਿਲਾਨਾ ਇੱਕ ਭਾਜਪਾ ਦਾ ਮਹਾਮੰਤਰੀ ਨੰਗਲ ਦਾ ਹੋਣ ਦੇ ਨਾਤੇ ਵੀ, ਔਰ ਨਗਰ ਕੌਂਸਲ ਤੇ ਜੇ ਸਾਡੀ ਕਬਜ਼ਾ ਹੁੰਦਾ ਹੈ, ਸਾਡੀ ਚੇਅਰਮੈਨ ਬਣਦਾ ਹੈ, ਤਾਂ ਜਿਹੜੀ ਪ੍ਰੈਸ ਹੈ ਉਹ ਬਿਲਕੁਲ ਬਿਨਾਂ ਕਿਸੇ ਝਿਜਕ ਤੋਂ, ਬਿਨਾਂ ਕਿਸੇ ਰੁਕਾਵਟ ਤੋਂ ਜਿਹੜੀਆਂ ਕੌਂਸਲ ਦੀਆਂ ਮੀਟਿੰਗਾਂ ਜਿਹੜੀਆਂ ਉਹ ਅਟੈਂਡ ਕਰਿਆ ਕਰੂੰਗੀ, ਉਹਨਾਂ ਦਾ ਪੂਰਾ ਸਵਾਗਤ ਹੋਊਗਾ। ਨੰਗਲ ਨਗਰ ਕੌਂਸਲ 'ਚ ਸਭ ਤੋਂ ਹੌਟ ਸੀਟ ਕਿਹਨੂੰ ਮੰਨਦੇ ਹੋ ਤੁਸੀਂ? ਹੌਟ ਸੀਟ ਦੇ ਚੋਪੜਾ ਜੀ ਦੋ ਤਰੀਕੇ ਹੈ। ਇੱਕ ਤਾਂ ਹੌਟ ਸੀਟ ਉਹ ਹੁੰਦੀ ਵੀ ਜਿੱਥੇ ਕੜਾ ਮੁਕਾਬਲਾ, ਇੱਕ ਹੌਟ ਸੀਟ ਉਹ ਹੁੰਦੀ ਵੀ ਜਿੱਥੇ ਕੋਈ ਧੁਰੰਦਰ ਲੜ ਰਿਹਾ। ਹੁਣ ਦੋਨਾਂ ਤਰੀਕਿਆਂ 'ਚ ਦੱਸ ਦਿੰਨਾ, ਕੜਾ ਮੁਕਾਬਲਾ ਤਾਂ ਜਿਹਨੂੰ ਕਹਿ ਲਓ, ਪਿਛਲੀ ਵਾਰ ਮੇਰਾ ਬਹੁਤ ਕੜਾ ਮੁਕਾਬਲਾ ਹੋਇਆ, ਇਹ ਵੀ ਹੌਟ ਸੀਟ ਹੋ ਸਕਦੀ, ਕਿਉਂਕਿ ਮੇਰਾ ਔਰ ਬਲਾਕ ਪ੍ਰਧਾਨ ਜੀ ਦਾ, ਜੇ ਬਲਾਕ ਪ੍ਰਧਾਨ ਸੀ ਤੇ ਮੈਂ ਮਹਾਮੰਤਰੀ ਸੀ, ਸਾਡਾ 14 ਵੋਟਾਂ ਦਾ ਜਿਹੜਾ ਉਸ ਵੇਲੇ ਡਿਫਰੈਂਸ ਸੀਗਾ, ਬੜਾ ਕੜਾ ਮੁਕਾਬਲਾ ਹੋਇਆ ਸੀ, ਇਹ ਵੀ ਹੌਟ ਸੀਟ ਹੈ। ਪਰ ਜੋ ਅੱਜ ਦੇ ਟਾਈਮ 'ਚ ਮੈਨੂੰ ਲੱਗਦਾ ਜਿਹੜੀ ਸਾਡੇ ਮੰਡਲ ਪ੍ਰਧਾਨ ਰਜੇਸ਼ ਚੌਧਰੀ ਜੀ ਵਾਲੀ ਸੀਟ ਹੈ, ਅੱਡਾ ਮਾਰਕੀਟ ਵਾਲੀ ਸੀਟ ਹੈ, ਉਹ ਬਹੁਤ ਹੌਟ ਸੀਟ ਹੋਣ ਵਾਲੀ ਹੈ। ਨੰਗਲ ਦੀ ਅੱਡਾ ਮਾਰਕੀਟ ਸੀਟ, ਬਿਲਕੁਲ। ਤੁਸੀਂ ਆਪਣੀ ਸੀਟ ਨੂੰ ਹੌਟ ਨਹੀਂ ਮੰਨਦੇ ਕਿਉਂਕਿ ਸਭ ਤੋਂ ਜਿਹੜੇ ਮੇਨ ਖਿਡਾਰੀ ਤੁਹਾਡੇ ਵਾਰਡ ਤੇ ਹੈ। ਪਰ ਨਹੀਂ, ਜੋ ਨੰਗਲ ਦੇ ਲੋਕਾਂ ਦੇ ਵਿੱਚ ਰਜੇਸ਼ ਚੌਧਰੀ ਜੀ ਦਾ ਕਰੇਜ਼ ਹੈ, ਉਹ ਕਿਸੇ ਦਾ ਨਹੀਂ। ਉਹ ਕਿਉਂ ਮੰਨਦੇ ਤੁਸੀਂ ਉਹਨੂੰ ਉਹਦੇ ਜੋ ਵਿਰੋਧ ਹੈ ਉਹਦੇ ਕਰਕੇ, ਵਿਰੋਧੀ ਪਕਸ਼ ਹੈ ਉਹਦੇ ਕਰਕੇ, ਜਾਂ ਵੈਸੇ? ਨਹੀਂ, ਉਹਨਾਂ ਦੀ ਸ਼ਖਸੀਅਤ ਹੀ ਇਦਾਂ ਦੀ ਹੈ ਕਿ ਲੋਕ ਉਸ ਵਾਰਡ ਨੰਬਰ ਜਿਹੜਾ ਲਗਭਗ ਮੇਰੇ ਖਿਆਲ ਇਸ ਵਾਰ 10 ਪਏਗਾ, ਉਹਦਾ ਨਤੀਜਾ ਦੇਖਣ ਨੂੰ ਲੋਕੀ ਉਤਸੁਕ ਹੈ। ਲੇਕਿਨ ਜਿਹੜੇ ਵਿਰੋਧੀ ਪਕਸ਼ ਹੈ ਨਾ, ਉਹਨਾਂ ਦਾ ਇਹ ਕਹਿਣਾ ਹੈ ਕਿ ਰਜੇਸ਼ ਚੌਧਰੀ ਇਸ ਵਾਰ ਪੂਰੀ ਤਰ੍ਹਾਂ ਹਾਰੂਗਾ। ਮੈਂ ਕਹਿੰਦਾ ਜੀ ਬਿਲਕੁਲ ਸਾਰਿਆਂ ਦੇ ਭੁਲੇਖੇ ਦੂਰ ਹੋ ਜਾਣੇ। ਮੈਂ ਤਾਂ ਕਹਿੰਦਾ ਜਲਦੀ ਤੋਂ ਜਲਦੀ ਇਲੈਕਸ਼ਨ ਆਉਣ। ਮੈਨੂੰ ਇਹ ਲੱਗਦਾ ਕਿ ਰਜੇਸ਼ ਚੌਧਰੀ ਜੀ ਪਹਿਲਾਂ ਨਾਲ ਵੀ ਵੱਡੇ ਮਾਰਜਨ ਨਾਲ ਜਿੱਤ ਕੇ ਸਾਹਮਣੇ ਆਣਗੇ। ਤੁਹਾਨੂੰ ਲੱਗਦਾ ਕਿ ਫਰਵਰੀ 'ਚ ਚੁਣਾਵ ਹੋ ਜਾਊਗਾ? ਸਾਡਾ ਕੁਝ ਜੋ ਸਾਡੇ ਸੂਤਰ ਦੱਸਦੇ ਸਾਨੂੰ ਉਹ ਲੱਗਦਾ ਕਿ ਫਰਵਰੀ 'ਚ ਨਹੀਂ ਹੋਣੇ। ਦੇਖੋ, ਸਰਕਾਰ ਡਰ ਰਹੀ ਹੈ ਇਲੈਕਸ਼ਨ ਕਰਾਉਣ ਤੋਂ, ਇਹ ਤਾਂ ਗੱਲ ਸੱਚ ਹੈ। ਇੱਥੋਂ ਹੀ ਜਿਹੜਾ ਤੁਸੀਂ ਮੈਨੂੰ ਪਿੱਛੇ ਸਵਾਲ ਪੁੱਛਿਆ ਸੀ ਕਿ ਬੀਜੇਪੀ ਕਿੰਨੀਆਂ ਸੀਟਾਂ ਜਿੱਤੂਗੀ, ਇਹ ਉਸ ਸਵਾਲ ਦਾ ਜਵਾਬ ਵੀ ਹੈ। ਸਰਕਾਰ ਡਰ ਹੀ ਇਸੇ ਕਰਕੇ ਰਹੀ ਹੈ ਕਿਉਂਕਿ ਸਰਕਾਰ ਨੂੰ ਪਤਾ ਸਾਡੇ ਪੱਲੇ ਕੁਝ ਨਹੀਂ ਪੈਣਾ, ਇਸ ਕਰਕੇ ਸਰਕਾਰ ਬਹਾਨੇ ਮਾਰ ਰਹੀ ਹੈ ਡਿਲੇ ਕਰਨ ਦੇ। ਇਸ ਕਰਕੇ ਹੋ ਸਕਦਾ ਨਾ ਵੀ ਹੋਵੇ, ਪਰ ਚਾਹੇ ਚੁਣਾਵ ਅੱਜ ਹੋਣ ਚੋਪੜਾ ਜੀ, ਚਾਹੇ ਕੱਲ ਹੋਣ, ਚਾਹੇ ਜਿੰਨੀ ਮਰਜ਼ੀ ਟੇਢੀ ਮੇਢੀ ਬਾੜਬੰਦੀ ਕਰ ਲੈਣ, ਜਿੰਨੀ ਮਰਜ਼ੀ ਉਲਟ ਬਾੜਬੰਦੀ ਕਰ ਲੈਣ, ਭਾਜਪਾ ਜਿਹੜੀ ਹੈ ਨਗਰ ਕੌਂਸਲ ਤੇ ਕਾਬਜ ਹੋਣ ਵਾਲੀ ਹੈ। ਇਹ ਪੱਥਰ ਤੇ ਲਕੀਰ ਹੈ, ਇਹ ਤੁਹਾਨੂੰ ਮੈਂ ਦੱਸ ਦਵਾਂ। ਮੇਰੀ ਤੁਸੀਂ ਜ਼ਰੂਰ ਜਦੋਂ ਇਹ ਕੌਂਸਲ ਦਾ ਇਲੈਕਸ਼ਨ ਹੋਊਗਾ ਉਸ ਤੋਂ ਬਾਅਦ ਜ਼ਰੂਰ ਮੈਨੂੰ ਮੌਕਾ ਦਿਓ, ਇੱਕ ਵਾਰ ਫਿਰ ਇੰਟਰਵਿਊ ਕਰਨ ਦਾ, ਉਸ ਦਿਨ ਆਪਾਂ ਇਸ ਗੱਲ ਨੂੰ ਸਾਂਝੀ ਕਰਾਂਗੇ ਕਿ ਜਿਹੜੀ ਗੱਲ ਆਪਾਂ ਕਹੀ ਸੀ ਉਹ ਸੱਚ ਹੋ ਰਹੀ ਹੈ। ਇੱਕ ਗੱਲ ਦੱਸ ਦਿਓ ਫਾਈਨਲ, ਅਕਾਲੀ ਦਲ ਅਲੱਗ ਹੋ ਕੇ ਚੁਣਾਵ ਲੜ ਰਿਹਾ ਪਹਿਲੀ ਵਾਰ, ਕਿੰਨਾ ਨੁਕਸਾਨ ਹੋਊਗਾ ਤੁਹਾਨੂੰ? ਦੇਖੋ, ਨੁਕਸਾਨ ਤਾਂ ਮੈਂ ਇੰਨਾ ਨਹੀਂ ਸਮਝਦਾ, ਪਰ ਫਿਰ ਵੀ ਜਦ ਕੋਈ ਭਾਈਵਾਲ ਨਾਲ ਜਾਂਦਾ, ਜੇ ਜਿਹਨੂੰ ਕਹ ਲਓ ਆਪਣੀ ਬਾਹ ਕੱਟ ਹੁੰਦੀ ਹੈ ਜਾਂ ਟੁੱਟਦੀ ਹੈ ਜਾਂ ਲੱਗ ਹੁੰਦੀ ਹੈ, ਫਰਕ ਤਾਂ ਪੈਂਦਾ ਹੈ। ਪਰ ਨਹੀਂ, ਨੰਗਲ ਦੇ ਜਿਹੜੇ ਲੋਕ ਹੈ ਜਾਂ ਪੰਜਾਬ ਦੇ ਜਿਹੜੇ ਲੋਕ ਹੈ ਉਹ ਸਾਰੀਆਂ ਗੱਲਾਂ ਸਮਝਦੇ ਆ, ਕਿਉਂਕਿ ਅਕਾਲੀ ਦਲ ਨੂੰ ਅਸੀਂ ਨਹੀਂ ਛੱਡਿਆ, ਅਕਾਲੀ ਦਲ ਨੇ ਸਾਨੂੰ ਛੱਡਿਆ। ਬਿਲਕੁਲ ਛੱਡਿਆ, ਠੀਕ ਹੈ। ਇਸ ਕਰਕੇ ਸਾਡੇ ਤੇ ਨਾ ਇਹ ਆਰੋਪ ਹੈ, ਨਾ ਹੀ ਸਾਨੂੰ ਇਸ ਗੱਲ ਦਾ ਕੋਈ ਨੁਕਸਾਨ ਹੋਣਾ ਚਾਹੀਦਾ। ਮੈਂ ਤਾਂ ਇਹ ਸਮਝਦਾ ਕਿ ਲੋਕੀ ਸਮਝਦਾਰ ਹੈ, ਕਿਉਂਕਿ ਅਸੀਂ ਅਕਾਲੀ ਦਲ ਦੀ ਬਾਹ ਨਹੀਂ ਛੱਡੀ, ਉਹਨਾਂ ਨੇ ਸਾਡੀ ਬਾਹ ਛੱਡੀ ਹੈ। ਮੈਂ ਸੋਚਦਾ ਸਮਾਂ ਸਾਡੇ ਤੇ ਇੱਕ ਸਿੰਪਥੀ ਸਾਡੇ ਨਾਲ ਹੈ ਲੋਕਾਂ ਦੀ ਕਿ ਭਾਜਪਾ ਜਿਹੜੀ ਹੈ ਚਾਹੇ ਉਹ ਇਕੱਲੀ ਹੈ ਪਰ ਸਾਰਿਆਂ ਨੂੰ ਮੁਕਾਬਲਾ ਡਟ ਕੇ ਕਰੇਗੀ, ਔਰ ਲੋਕਾਂ ਦਾ ਵਿਸ਼ਵਾਸ ਸਾਡੇ ਤੇ ਬਣਿਆ ਹੋਇਆ। ਕੋਈ ਲੜਾਈ ਹੋ ਜਾਂਦੀ ਤਾਂ ਪੁਲਿਸ ਦਾ ਡਰ ਦਿਖਾ ਕੇ ਉਹਨੂੰ ਮਿਟਾਇਆ ਜਾਂਦਾ, ਜਦ ਕਿ ਚਾਹੇ ਸਰਪੰਚ ਹੁੰਦੇ ਸੀ ਪਿੰਡਾਂ ਦੇ, ਚਾਹੇ ਕੌਂਸਲਰ ਹੁੰਦੇ, ਇਹਨਾਂ ਦਾ ਇੱਕ ਸਮਾਜ ਦੇ ਵਿੱਚ ਇਹ ਰੋਲ ਹੈ, ਇੱਕ ਡਿਊਟੀ ਹੈ ਕਿ ਦੋ ਬੰਦਿਆਂ ਵਿੱਚ ਝਗੜਾ ਹੋਇਆ ਉਹਨਾਂ ਨੂੰ ਕਿਤੇ ਬਿਠਾਓ, ਉਹਨਾਂ ਦੋਨਾਂ ਨੂੰ ਸਮਾਜ ਦੇ ਵਿੱਚ ਕਿਤੇ ਮੰਦਰ ਗੁਰਦੁਆਰੇ 'ਚ ਬੈਠੋ, ਨਾਲ ਚਾਰ ਮੋਹਤਵਾਰ ਬੰਦੇ ਬੈਠੋ, ਉਹਨਾਂ ਦਾ ਫੈਸਲਾ ਕਰਾਓ। ਇਹ ਨਹੀਂ ਕਿ ਥਾਣੇ ਫੋਨ ਕਰ ਦਿਓ, ਆਜੋ ਜੀ ਲੈ ਜਾਓ ਫਲਾਣੇ ਨੂੰ ਚੱਕ ਕੇ, ਔਰ ਉਹਨੂੰ ਲੈ ਗਏ ਫਿਰ ਆਪਣੇ ਘਰ ਬੁਲਾ ਕੇ ਫੈਸਲੇ ਕਰਤੇ ਡਰਾ ਕੇ। ਜਿਹੜਾ ਇਹ ਮਾਹੌਲ ਹੈ ਮੈਂ ਖਤਮ ਕਰਨਾ ਚਾਹੁੰਦਾ। ਮੇਰਾ ਇਹੀ ਵਿਜ਼ਨ ਹੈ ਕਿ ਮੇਰੇ ਹੁੰਦਿਆਂ ਬਾੜ 'ਚ ਕਦੀ ਪੁਲਿਸ ਨਹੀਂ ਆਏਗੀ, ਪਹਿਲੀ ਗੱਲ। ਦੂਸਰਾ, ਸੱਟਾ ਮੁਕਤ, ਨਸ਼ਾ ਮੁਕਤ, दारू ਮੁਕਤ, ਜੂਆ ਮੁਕਤ ਜਿਹੜਾ ਹੈ ਮੇਰਾ ਬਾੜ ਹੋਊਗਾ। ਇਹਨੂੰ ਇੱਕ ਆਦਰਸ਼ ਬਾੜ ਬਣਾ ਕੇ ਦਵਾਂਗੇ ਔਰ ਕੋਸ਼ਿਸ਼ ਕਰਾਂਗੇ ਨੌਜਵਾਨਾਂ ਨੂੰ ਵੀ ਕਿਸੇ ਚੰਗੇ ਪਾਸੇ ਲਾਈਏ, ਉਹਨਾਂ ਨੂੰ ਕੋਈ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਾਈਏ, ਨਾ ਕਿ ਨਸ਼ਿਆਂ ਵੱਲ ਲਾਈਏ। ਨਸ਼ਿਆਂ ਦਾ ਤਾਂ ਇਹ ਹਾਲ ਹੈ, ਪਿੱਛੇ ਇੱਕ ਦੋ ਕੇਸ ਇੱਦਾਂ ਦੇ ਵੀ ਮੇਰੇ ਕੋਲ ਆਏ, ਬੱਚਿਆਂ ਨੇ ਆਪਣੇ ਘਰ ਦੇ ਸਿਲੰਡਰ ਵੇਚਦਾ ਸੱਟਾ ਲਗਾਉਣ ਲਈ, ਉਹਨਾਂ ਦੇ ਮਾਤਾ ਪਿਤਾ ਮੇਰੇ ਕੋਲ ਆਏ। ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਮੈਂ ਉਹਨਾਂ ਨੂੰ ਸਮਾਜ ਦੇ ਵਿੱਚ ਉਹਨਾਂ ਦੀ ਬੇਇੱਜ਼ਤੀ ਨਹੀਂ ਕਰਨਾ ਚਾਹੁੰਦਾ, ਪਰ ਉਹਨਾਂ ਦੇ ਬੱਚਿਆਂ ਨੇ ਘਰ ਦੇ ਸਿਲੰਡਰ ਵੇਚਦੇ ਸੱਟਾ ਲਗਾਉਣ ਲਈ ਉਹਨਾਂ ਨੇ ਆ ਕੇ ਮੇਰੇ ਕੋਲ ਗੁਹਾਰ ਲਗਾਈ, ਉਹਨਾਂ ਨੂੰ ਕੁਝ ਪੈਸੇ ਦੇ ਕੇ ਉਹਨਾਂ ਦੀ ਮੈਂ ਮਦਦ ਵੀ ਕੀਤੀ। ਸੋ ਇਦਾਂ ਦਾ ਹਾਲਾਤ ਮੇਰੇ ਵਾਰਡ ਦਾ ਹੈ। ਮੈਂ ਨਹੀਂ ਚਾਹੁੰਦਾ ਕਿ ਮੇਰੇ ਵਾਰਡ ਦਾ ਇਦਾਂ ਦਾ ਹਾਲਾਤ ਹੋਵੇ। ਇਦਾਂ ਦੇ ਭੈ ਦੇ ਡਰ ਦੇ ਮਾਹੌਲ 'ਚੋਂ
इस गंदे माहौल चों मैं अपने इस वार्ड ਨੂੰ ਬਾਹਰ ਕੱਢੂੰਗਾ। ਇਹ ਮੇਰਾ ਲੋਕਾਂ ਨਾਲ ਵਾਅਦਾ ਹੈ ਔਰ ਇਸ ਵਾਅਦੇ ਨੂੰ ਪੂਰਾ ਕਰਨ ਲਈ ਮੈਂ ਚਾਹਾਂਗਾ ਵਾਰਡ ਦੇ ਲੋਕ ਮੇਰਾ ਸਾਥ ਦੇਣ। ਇਹ ਸੀਗੇ ਵਾਰਡ ਨੰਬਰ 2 ਤੋਂ ਮਹੇਸ਼ ਕਾਲੀਆ ਜੋ ਭਾਜਪਾ ਦੀ ਟਿਕਟ ਤੇ ਚੁਣਾਵ ਲੜਨ ਦੀ ਤਿਆਰੀ ਕਰ ਰਿਹਾ। ਇਹਨੇ ਬਹੁਤ ਵੱਡੀ ਘੋਸ਼ਣਾ ਕਰਤੀ ਕਿ ਅਗਰ ਉਹ ਚੁਣਾਵ ਜਿੱਤਦੇ ਆ ਵਿਕਾਸ ਤਾਂ ਕਰਾਉਗੇ ਲੇਕਿਨ ਵਾਰਡ ਨੰਬਰ 2 ਚ ਜਿੰਨੇ ਵੀ ਵਿਆਹ ਸ਼ਾਦੀਆਂ ਹੋਣਗੇ ਉਹਨਾਂ ਵਾਸਤੇ ਟੈਂਟ ਫ੍ਰੀ ਕੀਤਾ ਜਾਊਗਾ ਕਿਉਂਕਿ ਉਹ ਖੁਦ ਟੈਂਟ ਦਾ ਕੰਮ ਕਰ ਰਿਹਾ। ਇਹ ਪੂਰੀ ਗੱਲਬਾਤ ਤੁਹਾਨੂੰ ਕਿੱਦਾਂ ਲੱਗੀ ਜਰੂਰ ਮੈਸੇਜ ਕਰੋ। ਧੰਨਵਾਦ। गॉसिप द कैफे लेकर आया है अपने ग्राहकों के लिए एक नया ऑफर। हर मंगलवार एक पिज्जे के साथ पाए एक पिज्जा फ्री, बाय वन गेट वन फ्री। अगर ऑफर है इतनी आकर्षक तो देरी किस बात की, अभी करें ऑर्डर। गॉसिप द कैफे, अड्डा मार्केट, नंगल। नंगल श्री आनंदपुर साहिब मुख्य मार्ग पर स्थित एमपी कोठी के नजदीक 2 पहिया वाहनों की मशहूर कंपनी हीरो इलेक्ट्रिक का शोरूम खुल गया है। हीरो कंपनी के इस 2 पहिया वाहन की खासियत ये है कि इसमें पेट्रोल डलवाने का झंझट नहीं होगा क्योंकि बैटरी से चलने वाले इस 2 पहिया वाहन की बैटरी एक बार चार्ज करने से ये 110 किलोमीटर तक का सफर तय कर लेगा। इस 2 पहिया वाहन की स्पीड 50 से 55 किलोमीटर प्रति घंटा के हिसाब से होगी और इसका मूल्य 42,000 रुपए से शुरू होगा। इस वाहन की ये भी खासियत है कि कोई भी कागजात बनाने का झंझट नहीं होगा। तो तैयार हो जाए इस 2 पहिया वाहन को खरीदने के लिए। खुश खबरें। सोनी सुजुकी रेलवे रोड नंगल पधारे और 5151 रुपए देकर सुजुकी की कोई भी गाड़ी अपने घर ले जाएं और इसमें आरसी व इंश्योरेंस का खर्च भी शामिल है। पेटीएम से भुगतान करने पर कैशबैक, कोई भी गाड़ी खरीदने पर निश्चित उपहार, एक्सचेंज बोनस भी पाएं 1000 रुपए तक का। CSD सुविधा भी उपलब्ध। गाड़ी खरीदने पर ऑनलाइन लकी ड्रा में मारुति स्विफ्ट 22 कैरेट सोने के सिक्के सहित और भी बहुत कुछ जीतने का मौका। तो जल्दी करें, कहीं मौका हाथ से छूट ना जाए। तो आज ही पहुंचे सोनी सुजुकी रेलवे रोड। अधिक जानकारी के लिए संपर्क करें 97 801 20 462, 97 802 66 062, 97 802 58 962। खुश खबरें। वसीम गारमेंट मेन मार्केट वाली दुकान बदलकर अब नंगल भाखड़ा मुख्य मार्ग पर खुल गई है। यहाँ आपको मिलेंगे बच्चों से लेकर लेडीज व जेंट्स के एक से बढ़कर एक खूबसूरत डिजाइनों के ब्रांडेड कपड़े, वह भी होलसेल रेट पर। तो जरूर एक बार सेवा का मौका दें क्योंकि एक बार आओगे तो बार बार आओगे, यह दावा है वसीम गारमेंट्स का। वसीम गारमेंट 82 हिल व्यू एनक्लेव भाखड़ा रोड। संपर्क करें फोन नंबर 94 631 94 376 85 560 88 974। ਸਾਰੇ ਨਗਰ ਨਿਵਾਸੀ ਅਰਦਾਸ ਬੇਨਤੀ ਕਰਦੇ ਆ ਕਿ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਔਰ ਬਾਜ਼ਾਰ ਨਾਲੋਂ ਸਸਤੇ ਦਾਮ ਤੇ ਹਰ ਆਈਟਮ ਮਿਲੇਗੀ। इस कार्यक्रम के प्रायोजक थे बापू गंगादास जी टीवीएस शोरूम कीरतपुर साहिब। यहाँ से टीवीएस की कोई भी गाड़ी खरीदने पर मिलेंगे 3 आकर्षक उपहार। नकद गाड़ी खरीदने पर 2500 रुपए की छूट, फाइनेंस की सुविधा उपलब्ध। 4100 का भुगतान कर कोई भी गाड़ी ले जाएं अपने घर। 5 साल की इंश्योरेंस, 5 साल की वारंटी व 2 साल तक निःशुल्क सर्विस की सुविधा के साथ और भी कई लाभ पाएं। यह मौका हाथ से न जाने दें और पहुंचे टीवीएस गाड़ी खरीदने के लिए टीवीएस शोरूम बापू गंगादास जी कीरतपुर साहिब। अब आपके अपने शहर नंगल की एमपी कोठी मार्केट में रॉयल स्वीट्स व बेकरी की दुकान खुल गई है। यहाँ आपको मिलेंगे अपनी डायरी के शुद्ध दूध से बनी मिठाई, दही, पनीर व दूध। इसके अलावा पेस्ट्री और आपकी पसंद के अनुसार स्वादिष्ट व उत्तम क्वालिटी के वैष्णो केक भी। तो एक बार सेवा का मौका जरूर दें क्योंकि एक बार आओगे तो बार बार आओगे। हमारे फोन नंबर है 98 774 91 819 70 090 39 655। ਐਮਪੀ ਦੀ ਕੋਠੀ ਮੇਨ ਬਾਜ਼ਾਰ ਵਿੱਚ
ਰੋਇਲ ਸਵੀਟਸ ਬੇਕਰੀ ਨਾਮ ਦੀ ਦੁਕਾਨ ਖੋਲੀ ਹੈ। ਸਾਡੇ ਕੋਲ ਇੱਥੇ ਆਪਣੀ ਡੈਰੀ ਦਾ ਦੁੱਧ ਦਾ ਓਰੀਜਨਲ ਸਮਾਨ ਸਾਡੇ ਕੋਲ ਇੱਥੇ ਮਿਲੇਗਾ। ਅਸੀਂ ਸਾਰਾ ਕੇਕ ਜੋ ਵੀ ਹੈ ਆਪਣੇ ਇੱਥੇ ਹੀ ਬਣਾਉਂਦੇ ਆ ਤੇ ਬਾਹਰੋਂ ਕੋਈ ਵੀ ਸਮਾਨ ਲੈ ਕੇ ਨਹੀਂ ਆਉਂਦੇ ਆ। ਜੋ ਵੀ ਸਾਡੀ ਮਿਠਾਈ ਹੈ ਬਿਲਕੁਲ ਸਾਡੀ ਡੈਰੀ ਦੇ ਦੁੱਧ ਦੀ ਹੈ। सही काम, सही दाम, सही नाम। विजय ज्वेलर्स, नंगल डैम।